ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਗੁਆਚੇ ਦਾ ਤੀਸਰਾ ਅਧਿਆਇ ਭਾਗ ਪਹਿਲਾ ਖੇਤੀ ਸੱਭਿਆਚਾਰ ਆਬਪਾਸ਼ੀ। ਆਬ ਸ਼ਬਦ ਉਰਦੂ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਪੰਜਾਬੀ ਅਰਥ ਹੈ ਪਾਣੀ। ਇਸ ਦੋ ਅੱਖਰੀ ਆਬਪਾਸ਼ੀ ਸ਼ਬਦ ਦੇ ਅਰਥ ਫਸਲਾਂ ਨੂੰ ਪਾਣੀ ਦੇਣ ਨੂੰ ਕਿਹਾ ਜਾਂਦਾ ਹੈ। ਵੈਸੇ ਆਬਪਾਸ਼ੀ ਫਸਲਾਂ ਨੂੰ ਪਾਣੀ ਦੇਣ ਵਾਲੇ ਸੱਭਿਆਚਾਰ ਦੀ ਸ਼ੁਰੂਆਤ ਕਦੋਂ ਹੋਈ ਹੋਵੇਗੀ ਬਾਰੇ ਵੀ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਸੰਭਾਵਨਾ ਇਹੋ ਬਣਦੀ ਹੈ ਕਿ ਇਹ ਸੱਭਿਆਚਾਰ ਸਾਰੇ ਜੰਗਲੀ ਨਦੀਨਾਂ ਵਿੱਚੋਂ ਕਿਸਾਨਾਂ ਵੱਲੋਂ ਕੀਤੀ ਫਸਲਾਂ ਦੀ ਚੋਣ ਅਤੇ ਉਹਨਾਂ ਨੂੰ ਅਪਣਾਉਣ ਤੋਂ ਮਗਰੋਂ ਹੀ ਸ਼ੁਰੂ ਹੋਇਆ ਹੋ ਸਕਦਾ ਹੈ। ਉਸ ਵੇਲੇ ਦੇ ਕਿਸਾਨਾਂ ਨੇ ਦੇਖਿਆ ਹੋਵੇਗਾ ਕਿ ਬੀਜੀਆਂ ਹੋਈਆਂ ਜਿਹੜੀਆਂ ਫਸਲਾਂ ਨੂੰ ਪਾਣੀ ਲੋੜ ਮੁਤਾਬਕ ਮਿਲਦਾ ਹੈ, ਉਹਨਾਂ ਉੱਤੇ ਜੋ ਫਲ ਲੱਗਦਾ ਉਹ ਅਤੇ ਉਸ ਦੇ ਹੇਠਲੀ ਫਸਲ ਦੀ ਸਿਹਤ ਪਾਣੀ ਲੋੜ ਤੋਂ ਘੱਟ ਜਾਂ ਜ਼ਿਆਦਾ ਮਿਲਦੇ ਪਾਣੀ ਵਾਲੀ ਫਸਲ ਨਾਲੋਂ ਬਹੁਤ ਚੰਗੀ ਹੈ ਅਤੇ ਦਿੱਖ ਵੀ ਸੁੰਦਰ ਹੈ ਅਤੇ ਝਾੜ ਵੀ ਜ਼ਿਆਦਾ ਹੁੰਦਾ ਹੈ, ਕਿਉਂਕਿ ਲੋੜ ਤੋਂ ਵੱਧ ਦਿੱਤਾ ਪਾਣੀ ਵੀ ਨੁਕਸਾਨ ਕਰਦਾ ਹੈ। ਪਾਣੀ ਲੋੜ ਅਨੁਸਾਰ ਹੀ ਦੇਣਾ ਠੀਕ ਰਹਿੰਦਾ ਹੈ। ਸਦੀਆਂ ਪੁਰਾਣੇ ਸਮੇਂ ਨੂੰ ਕਿਸੇ ਵੱਲੋਂ ਦੇਖਿਆ ਗਿਆ ਨਹੀਂ ਹੁੰਦਾ, ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਕਿਸਾਨਾਂ ਵੱਲੋਂ ਆਪਣੇ ਵਾਸਤੇ ਜਦੋਂ ਲਾਭਦਾਇਕ ਫਸਲਾਂ ਦੀ ਪਛਾਣ ਕਰਕੇ ਚੋਣ ਕਰ ਲਈ ਹੋਵੇਗੀ ਤਦ ਉਹਨਾਂ ਨੇ ਨਦੀਆਂ, ਨਾਲਿਆਂ ਅਤੇ ਦਰਿਆਵਾਂ ਦੇ ਕਿਨਾਰਿਆਂ ਦੇ ਨੇੜੇ ਤੇੜੇ ਪੱਧਰੀ ਜ਼ਮੀਨ ਦੀ ਚੋਣ ਕਰਕੇ ਪਹਿਲੋਂ ਉੱਥੇ ਫਸਲਾਂ ਬੀਜਣੀਆਂ ਸ਼ੁਰੂ ਕੀਤੀਆਂ ਹੋਣਗੀਆਂ। ਉਹਨਾਂ ਦੀ ਰਿਹਾਇਸ਼ ਵੀ ਉੱਥੇ ਇਸ ਕਰਕੇ ਨੇੜੇ ਹੋਵੇਗੀ। ਸਭ ਤੋਂ ਪਹਿਲੋਂ ਸਭਿਅਤਾ ਵੀ ਨਦੀਆਂ ਦੇ ਕਿਨਾਰਿਆਂ 'ਤੇ ਹੀ ਪਨਪੀ ਸੀ, ਕਿਉਂਕਿ ਪਾਣੀ ਹਵਾ ਤੋਂ ਅਗਲੀ ਦੂਸਰੀ ਅਤੇ ਜ਼ਰੂਰੀ ਮਨੁੱਖੀ ਲੋੜ ਹੁੰਦੀ ਹੈ। ਉਸ ਤੋਂ ਮਗਰੋਂ ਮਨੁੱਖੀ ਆਬਾਦੀ ਵਧਣ ਕਰਕੇ ਆਬਾਦੀ ਵੀ ਨਦੀਆਂ ਤੋਂ ਥੋੜ੍ਹੀ ਥੋੜ੍ਹੀ ਹੋਰ ਦੂਰ ਹੁੰਦੀ ਗਈ ਹੋਵੇਗੀ। ਆਬਾਦੀ ਦੂਰ ਹੋ ਜਾਣ ਦਾ ਦੂਸਰਾ ਕਾਰਨ ਹੋ ਸਕਦਾ ਹੈ ਜ਼ਿਆਦਾ ਬਾਰਿਸ਼ ਦੇ ਹੋਣ ਕਰਕੇ ਨਦੀਆਂ ਵਿੱਚ ਆਉਂਦੇ ਹੜ੍ਹ ਵੀ ਹੋ ਸਕਦਾ ਹੈ ਅਤੇ ਉਤਨੀ ਦੇਰ ਵਿੱਚ ਮਨੁੱਖ ਨੇ ਧਰਤੀ ਹੇਠੋਂ ਵੀ ਪਾਣੀ ਲੱਭ ਲਿਆ ਹੋਵੇਗਾ। ਤਦ ਉਸਨੇ ਲੋੜ ਮੁਤਾਬਕ ਥੋੜ੍ਹੀ ਥੋੜ੍ਹੀ ਦੂਰੀ 'ਤੇ ਥੋੜ੍ਹੇ ਥੋੜ੍ਹੇ ਡੂੰਘੇ ਕੱਚੇ ਖੂਹ ਬਣਾ ਲਏ ਹੋਣਗੇ, ਜਿੱਥੋਂ ਉਸਦੀ ਆਪਣੇ ਪੀਣ ਵਾਸਤੇ ਤੇ ਰੱਖੇ ਹੋਏ ਪਸ਼ੂਆਂ ਅਤੇ ਬੀਜੀ ਹੋਈ ਫਸਲ ਨੂੰ ਕਿਸੇ ਤਰੀਕੇ ਨਾਲ ਪਾਣੀ ਬਾਹਰ ਕੱਢ ਕੇ ਪਾਲਣ ਦੀ ਲੋੜ ਪੂਰੀ ਕਰ ਲਈ ਗਈ ਹੋਵੇਗੀ। ਆਬਪਾਸ਼ੀ। ਜਿਵੇਂ ਜਿਵੇਂ ਸਮਾਂ ਬਦਲ ਕੇ ਅੱਗੇ ਵੱਧਦਾ ਗਿਆ, ਮਨੁੱਖੀ ਸਮਾਜ ਵੀ ਹੋਰ ਸੱਭਿਅਕ ਹੋ ਕੇ ਯੋਗਤਾ ਵਿੱਚ ਆਉਂਦਾ ਗਿਆ। ਤਦ ਮਨੁੱਖ ਨੇ ਹੁਣ ਤੱਕ ਜਾਗਰੂਕ ਹੋ ਕੇ ਬਹੁਤ ਸਾਰੀਆਂ ਕਾਢਾਂ ਵੀ ਕੱਢ ਲਈਆਂ ਹੋਣਗੀਆਂ, ਜਿਵੇਂ ਮੋਟੇ ਬਾਂਸ ਦੇ ਬਰਤਨ, ਪਸ਼ੂਆਂ ਦੀ ਖੱਲ ਦੀਆਂ ਮਸ਼ਕਾਂ, ਬੋਕੇ, ਪਾਣੀ ਵਾਲੇ ਘੜੇ ਜਾਂ ਟੈਂਕੀਆਂ ਬਣਾਉਣੀਆਂ ਅਤੇ ਹੋ ਸਕਦਾ ਕਿ ਚੀਕਣੀ ਮਿੱਟੀ ਦੇ ਬਰਤਨ ਬਣਾ ਕੇ ਉਹਨਾਂ ਨੂੰ ਅੱਗ ਦੇ ਸੇਕ ਨਾਲ ਪਕਾ ਲੈਣ ਦੀ ਕਾਢ ਵੀ ਕੱਢ ਲਈ ਹੋਵੇਗੀ, ਜਿਸ ਨਾਲ ਉਹਨਾਂ ਵੱਲੋਂ ਜ਼ਿੰਦਗੀ ਨੂੰ ਧੱਕਾ ਲਾ ਕੇ ਅੱਗੇ ਵੱਲ ਤੋਰਨਾ ਅਤੇ ਹੋਰ ਸਾਰੇ ਕੰਮ ਕਰਨੇ ਹੋਰ ਸੁਖਾਲੇ ਹੋ ਗਏ ਹੋਣਗੇ। ਬਾਂਸ, ਪਸ਼ੂਆਂ ਦੀਆਂ ਖੱਲਾਂ ਅਤੇ ਚੀਕਣੀ ਮਿੱਟੀ ਦੇ ਪਕਾਏ ਹੋਏ ਬਰਤਨਾਂ ਦੀ ਮਦਦ ਨਾਲ ਕਿਸਾਨ ਨਦੀਆਂ, ਨਾਲਿਆਂ ਵਿੱਚੋਂ ਪਾਣੀ ਕੱਢ ਕੇ ਜਾਂ ਥੋੜ੍ਹੇ ਥੋੜ੍ਹੇ ਡੂੰਘੇ ਪੁੱਟੇ ਹੋਏ ਕੱਚੇ ਖੂਹਾਂ ਵਿੱਚੋਂ ਪਾਣੀ ਕੱਢ ਕੇ ਜਾਂ ਝਟਕੇ ਬੀਜੀਆਂ ਹੋਈਆਂ ਫਸਲਾਂ ਪਾਲ ਕੇ ਸੰਭਾਲ ਲੈਂਦੇ ਹੋਣਗੇ। ਪਾਣੀ ਕੱਢ ਕੇ ਫਸਲ ਨੂੰ ਦੇਣ ਦਾ ਤਰੀਕਾ ਇਹ ਹੋਵੇਗਾ ਕਿ ਕਿਸਾਨ ਥੋੜ੍ਹੇ ਡੂੰਘੇ ਕੱਚੇ ਖੂਹ ਵਿੱਚ ਵੜ ਕੇ ਪਾਣੀ ਦਾ ਕੋਈ ਬਰਤਨ ਭਰ ਕੇ ਉੱਪਰ ਬਾਹਰ ਖੜ੍ਹੇ ਕਿਸਾਨ ਨੂੰ ਫੜਾਉਂਦਾ ਰਹਿੰਦਾ ਹੋਵੇਗਾ ਅਤੇ ਬਾਹਰ ਵਾਲਾ ਖੜ੍ਹਾ ਕਿਸਾਨ ਉਸ ਪਾਣੀ ਨਾਲ ਭਰੇ ਬਰਤਨ ਨੂੰ ਫੜ ਕੇ ਫਸਲ ਵੱਲ ਜਾਂਦੀ ਨਾਲੀ ਯਾਨੀ ਆੜ ਵਿੱਚ ਪਾ ਕੇ ਬਰਤਨ ਫਿਰ ਖੂਹ ਵਿਚਲੇ ਕਿਸਾਨ ਨੂੰ ਫੜਾ ਦਿੰਦਾ ਹੋਵੇਗਾ। ਇਹ ਕੰਮ ਲਗਾਤਾਰ ਕਰਨਾ ਸਿਰਫ 6-7 ਫੁੱਟ ਤੱਕ ਡੂੰਘੇ ਪਾਣੀ ਵਾਲੇ ਕੱਚੇ ਖੂਹ ਵਿੱਚੋਂ ਹੀ ਕੀਤਾ ਜਾ ਸਕਦਾ ਹੈ। ਝੱਟੇ ਨਾਲ ਫਸਲ ਨੂੰ ਪਾਣੀ ਦੇਣਾ। ਪਾਣੀ ਕੱਢ ਕੇ ਝੱਟੇ ਨਾਲ ਜਾਂ ਬੋਕੇ ਨਾਲ ਫਸਲ ਨੂੰ ਪਾਣੀ ਦੇਣ ਵਾਲਾ ਸੱਭਿਆਚਾਰ ਸਦੀਆਂ ਪੁਰਾਣਾ ਹੈ। ਜਦੋਂ ਧਰਤੀ ਦੇ ਉੱਪਰਲੇ ਲੈਵਲ ਤੋਂ ਪਾਣੀ ਬਹੁਤ ਨੇੜੇ ਹੁੰਦਾ ਸੀ ਤਦ ਕੱਚੇ ਖੂਹ ਪੁੱਟ ਕੇ ਬੁੱਤਾ ਸਾਰ ਲਿਆ ਜਾਂਦਾ ਸੀ। ਫਿਰ ਪਾਣੀ ਬਹੁਤ ਨੀਵਾਂ ਚਲੇ ਜਾਣ ਤੋਂ ਮਗਰੋਂ ਖੂਹਾਂ ਨੂੰ ਪੱਕੇ ਕਰਾਉਣਾ ਪਿਆ। ਖੂਹ ਹਲਟ ਬਣੇ। ਹੁਣ ਉਹ ਸੱਭਿਆਚਾਰ ਵੀ ਬਦਲ ਕੇ ਬਿਜਲੀ ਦੀ ਪਾਵਰ ਨਾਲ ਚੱਲਣ ਵਾਲੀਆਂ ਮੋਟਰਾਂ ਵੀ ਲੱਗ ਗਈਆਂ ਹਨ। ਝੱਟੇ ਸ਼ਬਦ ਦਾ ਅਰਥ ਥੋੜ੍ਹੇ ਡੂੰਘੇ ਕੱਚੇ ਖੂਹ ਵਿੱਚੋਂ ਪਾਣੀ ਬਾਹਰ ਉੱਪਰ ਵੱਲ ਸੁੱਟਣਾ ਯਾਨੀ ਝੱਟਣਾ ਹੁੰਦਾ ਹੈ। ਇਹ ਸੱਭਿਆਚਾਰ ਥੋੜ੍ਹੇ ਡੂੰਘੇ ਕੱਚੇ ਖੂਹ ਵਿੱਚੋਂ ਅਤੇ ਨਦੀਆਂ ਦੇ ਕਿਨਾਰਿਆਂ ਨੇੜੇ ਮਿੱਟੀ ਪੱਧਰੀ ਕਰਕੇ ਬਣੇ ਛੋਟੇ ਕਿਆਰਿਆਂ ਵਿੱਚ ਬੀਜੀ ਫਸਲ ਨੂੰ ਪਾਣੀ ਦੇਣ ਵਾਸਤੇ ਨਦੀ ਦੇ ਪਾਣੀ ਦੇ ਲੈਵਲ ਤੋਂ ਥੋੜ੍ਹੀ ਹੋਰ ਡੂੰਘੀ ਖਾਈ ਪੁੱਟ ਕੇ ਫਸਲ ਦੇ ਕਿਆਰੇ ਤੱਕ ਜਾਣ ਵਾਸਤੇ ਉੱਥੇ ਹੋਰ ਡੂੰਘਾ ਟੋਆ ਪੁੱਟਣਾ ਹੈ, ਜਿਸ ਵਿੱਚ ਪਾਣੀ ਜਮ੍ਹਾਂ ਕਰਕੇ ਕਿਸੇ ਬਰਤਨ ਦੀ ਮਦਦ ਨਾਲ ਪਾਣੀ ਚੁੱਕ ਕੇ ਉੱਚੇ ਫਸਲ ਦੇ ਕਿਆਰੇ ਵੱਲ ਸੁੱਟਣਾ ਯਾਨੀ ਝੱਟਣਾ ਹੁੰਦਾ ਹੈ। ਇਸ ਕੰਮ ਨੂੰ ਦੋ ਕਿਸਾਨ ਵੀ ਪਸ਼ੂ ਦੀ ਖੱਲ ਨੂੰ ਛੱਜ ਵਰਗੀ ਸ਼ਕਲ ਵਿੱਚ ਕੱਟ ਬਣਾ ਕੇ ਉਸ ਨਾਲ ਚਾਰੇ ਖੂੰਜਿਆਂ ਨਾਲ 4 ਰੱਸੀਆਂ ਬੰਨ੍ਹ ਕੇ ਦੋਨੋਂ ਕਿਸਾਨ 2-2 ਰੱਸੀਆਂ ਹੱਥ ਨਾਲ ਫੜ ਕੇ ਬਣਾਏ ਹੋਏ ਝੱਟੇ ਨੂੰ ਪਾਣੀ ਦੇ ਭਰੇ ਹੋਏ ਟੋਏ ਵਿੱਚ ਡੋਬ ਕੇ ਫਿਰ ਉੱਪਰ ਚੁੱਕ ਕੇ ਉਸ ਵਿਚਲਾ ਪਾਣੀ ਫਸਲ ਵੱਲ ਜਾਂਦੀ ਖਾਈ ਵਿੱਚ ਸੁੱਟਦੇ
ਝੱਟਦੇ ਹੁੰਦੇ ਸਨ। ਇਸ ਤਰੀਕੇ ਨੂੰ ਝੱਟੇ ਨਾਲ ਫਸਲ ਨੂੰ ਪਾਣੀ ਦੇਣਾ ਆਖਿਆ ਜਾਂਦਾ ਹੈ। ਬੋਕੇ ਨਾੜ ਫਸਲ ਨੂੰ ਪਾਣੀ ਦੇਣਾ। ਬੋਕੇ ਸ਼ਬਦ ਦਾ ਅਰਥ ਕਿਸੇ ਵੱਡੇ ਕੱਦ ਵਾਲੇ ਪਸ਼ੂ ਦੀ ਖਲ ਯਾਨੀ ਚਮੜੇ ਨਾਲ ਬਣਿਆ ਹੋਇਆ ਡੂੰਘੇ ਖੂਹ ਵਿੱਚੋਂ ਮਜ਼ਬੂਤ ਰੱਸੇ ਲੱਜ ਨਾਲ ਪਸ਼ੂਆਂ ਦੀ ਮਦਦ ਨਾਲ ਪਾਣੀ ਨਾਲ ਭਰਿਆ ਹੋਇਆ ਬਾਹਰ ਖਿੱਚਿਆ ਜਾਣ ਵਾਲਾ ਵੱਡਾ ਸਾਰਾ ਘੜਾ ਪਾਣੀ ਦੀ ਟੈਂਕੀ ਨੂੰ ਬੋਕਾ ਕਿਹਾ ਜਾਂਦਾ ਸੀ। ਇਹ ਸੱਭਿਆਚਾਰ ਡੂੰਘੇ ਖੂਹਾਂ ਤੇ ਹਲਟ ਲੱਗਣ ਤੋਂ ਪਹਿਲਾਂ ਚਾਲੂ ਸੀ। ਬੋਕੀ ਵੀ ਪਸ਼ੂਆਂ ਦੀ ਖਲ ਦੀ ਬਣੀ ਹੋਈ ਹੁੰਦੀ ਸੀ, ਜੋ ਛੋਟੀ ਹੋਣ ਕਰਕੇ ਲੱਜ ਦੀ ਮਦਦ ਨਾਲ ਲੋਹੇ ਦੇ ਬਣੇ ਡੋਲ ਬਾਲਟੀ ਵਾਂਗੂ ਇੱਕੋ ਹੀ ਮਨੁੱਖ ਖਿੱਚ ਕੇ ਪਾਣੀ ਬਾਹਰ ਕੱਢ ਲੈਂਦਾ ਸੀ। ਪੰਜਾਬ ਵਿੱਚੋਂ ਤਾਂ ਇਹ ਸੱਭਿਆਚਾਰ ਬਹੁਤ ਪਹਿਲਾਂ ਖਤਮ ਹੋ ਚੁੱਕਿਆ। ਹੋ ਸਕਦਾ ਭਾਰਤ ਦੇ ਕਿਸੇ ਦੂਸਰੇ ਸੂਬੇ ਵਿੱਚ ਸ਼ਾਇਦ ਹੁਣ ਵੀ ਚਾਲੂ ਹੋਵੇ, ਪਰ ਲੇਖਕ 1954-55 ਈਸਵੀ ਵੇਲੇ ਆਪਣੀਆਂ ਅੱਖਾਂ ਨਾਲ ਦੱਖਣੀ ਭਾਰਤ ਦੇ ਇੱਕ ਵੱਡੇ ਸ਼ਹਿਰ ਹੈਦਰਾਬਾਦ, ਦੱਖਣ ਤੋਂ 10-15 ਮੀਲ ਦੂਰ ਗਿਆ ਸੀ। ਉੱਥੇ ਇਸੇ ਤਰ੍ਹਾਂ ਪਹਿਲਾਂ ਕਹੇ ਵਾਂਗੂ 3 ਕਿਸਾਨ ਬੋਕੇ ਨਾਲ ਪਾਣੀ ਬਾਹਰ ਕੱਢ ਰਹੇ ਸਨ। ਉਹਨਾਂ ਦਿਨਾਂ ਵਿੱਚ ਲੇਖਕ ਫੌਜ ਵਿੱਚ ਸੀ ਜਦੋਂ ਸਾਡੀ ਪਲਟਨ 7 ਸਿੱਖ ਗੋਲਕੁੰਡੇ ਕਿਲੇ ਤੋਂ 10 ਕੁ ਮੀਲ ਦੂਰ ਹਮੈਦ ਸਾਗਰ ਪਾਣੀ ਦੀ ਬਣੀ ਕੁਦਰਤੀ ਝੀਲ ਨੇੜੇ ਜੰਗੀ ਮਸ਼ਕਾਂ ਸਕੀਮਾਂ ਕਰ ਰਹੀ ਸੀ ਤਾਂ ਦੇਖਿਆ ਉੱਥੇ 3 ਕਿਸਾਨ ਆਪਣੇ ਪਸ਼ੂਆਂ ਦੀ ਮਦਦ ਨਾਲ ਪਥਰੀਲੇ ਡੂੰਘੇ ਖੂਹ ਵਿੱਚੋਂ ਬੋਕਾ, ਜੋ ਠੀਕ ਕਿਸੇ ਵੱਡੇ ਕੱਦ ਵਾਲੇ ਪਸ਼ੂ ਦੀ ਖਲ ਦਾ ਬਣਿਆ ਹੋਇਆ ਸੀ, ਪਾਣੀ ਨਾਲ ਭਰੇ ਹੋਏ ਨੂੰ ਵਾਰ-ਵਾਰ ਪੌਣੀ ਉੱਪਰੋਂ ਦੀ ਲੱਜ ਮੋਟੇ ਰੱਸੇ ਨੂੰ 2 ਪਸ਼ੂਆਂ ਦੀ ਮਦਦ ਨਾਲ ਖਿੱਚ ਕੇ ਆਪਣੀ ਬੀਜੀ ਹੋਈ ਫਸਲ ਨੂੰ ਪਾਣੀ ਦੇ ਰਹੇ ਸਨ। ਸਾਡੇ ਵਾਸਤੇ ਇਸ ਤਰ੍ਹਾਂ ਦਾ ਨਵਾਂ ਸੱਭਿਆਚਾਰ ਪਹਿਲੀ ਵਾਰ ਦੇਖਣਾ ਹੈਰਾਨੀ ਭਰਿਆ ਸੀ। ਅਸੀਂ ਕੁਝ ਸਮਾਂ ਖੜੇ ਹੋ ਕੇ ਉਹਨਾਂ ਨੂੰ ਕੰਮ ਕਰਦਿਆਂ ਨੂੰ ਦੇਖਣ ਲੱਗ ਪਏ ਸਾਂ। ਉਹ ਬੋਕੇ ਨੂੰ ਪਥਰੀਲੇ ਖੂਹ ਵਿੱਚ ਪੌਣੀ ਉੱਪਰੋਂ ਦੀ ਰੱਸੇ ਪਾਏ ਹੋਏ ਨਾਲ ਪਾਣੀ ਵਿੱਚ ਡੋਬਦੇ, ਤਦ ਇਸ਼ਾਰੇ ਨਾਲ ਆਪਣੇ ਸਾਥੀ ਨੂੰ ਬਲਦ ਹਿੱਕਣ ਲਈ ਕਹਿੰਦੇ। ਤਦ ਉਹ ਬਲਦਾਂ ਨੂੰ ਹਿੱਕ ਕੇ ਉਸ ਧਰਤੀ ਉੱਪਰ ਲੱਗੇ ਨਿਸ਼ਾਨ ਤੱਕ ਲੈ ਜਾਂਦਾ ਸੀ ਜਿੱਥੇ ਬਲਦ ਰੋਕਣੇ ਹੁੰਦੇ ਸਨ। ਵੈਸੇ ਬਲਦ ਵੀ ਉੱਥੇ ਜਾ ਕੇ ਆਪ ਰੁਕ ਜਾਂਦੇ ਸਨ। ਤਦ ਪਥਰੀਲੇ ਖੂਹ ਦੀ ਮੌਨ ਉੱਤੇ ਤੇ ਪੌਣੀ ਦੇ ਨੇੜੇ ਖੜੇ ਦੂਸਰੇ ਦੋਨੋਂ ਕਿਸਾਨ ਬੋਕੇ ਨੂੰ ਹੱਥ ਪਾ ਕੇ ਮੌਨ ਨੇੜੇ ਬਣੇ ਹੋਏ ਟੋਏ ਵੱਲ ਜਦੋਂ ਖਿੱਚਦੇ ਤਾਂ ਬਲਦਾਂ ਦੇ ਨੇੜਲਾ ਕਿਸਾਨ ਰੱਸੇ ਨੂੰ ਢਿੱਲਾ ਕਰਨ ਵਾਸਤੇ ਕਿੱਲੀ ਨੂੰ ਬਾਹਰ ਖਿੱਚ ਲੈਂਦਾ ਤਾਂ ਦੂਸਰੇ ਕਿਸਾਨ ਬੋਕੇ ਵਿਚਲਾ ਪਾਣੀ ਟੋਏ ਵਿੱਚ ਡੋਲ ਦਿੰਦੇ, ਜੋ ਨਾਲੀ ਰਾਹੀਂ ਫਸਲ ਵਿੱਚ ਪਹੁੰਚ ਜਾਂਦਾ ਸੀ। ਉਨੀ ਦੇਰ ਤੱਕ ਪਸ਼ੂਆਂ ਨੂੰ ਮੋੜ ਕੇ ਕਿਸਾਨ ਫਿਰ ਪਹਿਲੀ ਜਗ੍ਹਾ ਉੱਤੇ ਪਹੁੰਚ ਜਾਂਦਾ ਸੀ। ਬੋਕੇ ਵਾਲੇ ਕਿਸਾਨ ਬੋਕਾ ਖਾਲੀ ਕਰਕੇ ਫਿਰ ਉਸ ਨੂੰ ਖੂਹ ਦੇ ਪਾਣੀ ਵਿੱਚ ਡੋਬ ਦਿੰਦੇ ਸਨ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਸੀ। ਪੁਰਾਣੇ ਸਮੇਂ ਵੇਲੇ ਪਸ਼ੂਆਂ ਦੇ ਚਮੜੇ ਤੋਂ ਪਾਣੀ ਨਾਲ ਸੰਬੰਧਿਤ ਬਹੁਤ ਕੰਮ ਲਿਆ ਜਾਂਦਾ ਰਿਹਾ ਸੀ। ਭਾਈ ਕਨ੍ਹਈਆ ਜੀ ਵੀ ਪਸ਼ੂਆਂ ਦੀ ਖਲ ਤੋਂ ਬਣੀ ਮਸ਼ਕ ਨੂੰ ਪਾਣੀ ਨਾਲ ਭਰ ਕੇ ਜੰਗ ਵਿੱਚ ਸਾਰੇ ਜ਼ਖਮੀਆਂ ਨੂੰ ਪਾਣੀ ਪਿਲਾਉਂਦੇ ਰਹੇ ਨੇ। ਹਰ ਨਲਕੇ ਵਿੱਚੋਂ ਪਾਣੀ ਬਾਹਰ ਖਿੱਚਣ ਲਈ ਬੋਕੀ ਚੰਮ ਦੀ ਹੀ ਬਣੀ ਹੁੰਦੀ ਸੀ। ਲੋਹੇ ਦੇ ਡੋਲ ਬਣਨ ਤੋਂ ਪਹਿਲਾਂ ਚੰਮ ਦੀਆਂ ਬਣੀਆਂ ਬਾਲਟੀਆਂ ਬੋਕੀਆਂ ਨਾਲ ਹੀ ਖੂਹੀ ਵਿੱਚੋਂ ਪੀਣ ਵਾਸਤੇ ਪਾਣੀ ਖਿੱਚਿਆ ਜਾਂਦਾ ਸੀ। ਪਿਛਲੇ ਵੇਲੇ ਝੀਰ ਯਾਨੀ ਮਹਿਰੇ ਹਾੜੀ ਦੀ ਪੱਕੀ ਫਸਲ ਨੂੰ ਪਿੰਡਾਂ ਤੋਂ ਦੂਰ ਵਾਲੇ ਖੇਤਾਂ 'ਚ ਦੁਪਹਿਰ ਵੇਲੇ ਅੱਤ ਦੀ ਗਰਮੀ 'ਚ ਕਣਕ ਬੇੜਲਾ ਕੱਟਦੇ ਵੱਢਦੇ ਕਿਸਾਨਾਂ ਵਾਸਤੇ ਪਾਣੀ ਮਸ਼ਕਾਂ ਵਿੱਚ ਹੀ ਲੈ ਕੇ ਜਾਂਦੇ ਹੁੰਦੇ ਸਨ। ਹੁਣ ਇਹ ਸੱਭਿਆਚਾਰ ਬੰਦ ਹੋ ਚੁੱਕਾ ਹੈ। ਹੁਣ ਤਾਂ ਹਰ ਮਨੁੱਖ ਚਮੜੇ ਤੋਂ ਇੰਨੀ ਨਫ਼ਰਤ ਕਰਦਾ ਹੈ ਕਿ ਜਦੋਂ ਆਪਣੇ ਹੀ ਪੈਰਾਂ ਵਿੱਚ ਪਾਈ ਹੋਈ ਚੰਮ ਦੀ ਜੁੱਤੀ ਨੂੰ ਪਾਉਂਦਾ ਜਾਂ ਉਤਾਰਦਾ ਤਾਂ ਪਾਣੀ ਨਾਲ ਹੱਥ ਧੋਣ ਵਾਸਤੇ ਕਈ ਵਾਰ ਸਾਬਣ ਦੀ ਵਰਤੋਂ ਜ਼ਰੂਰ ਕਰਦਾ ਹੈ। ਸਮੇਂ ਨੇ ਕਿੰਨਾ ਪਲਟਾ ਖਾਧਾ। ਬੋਕੀ ਜਾਂ ਡੋਲ ਨਾਲ ਖੂਹੀ ਵਿੱਚੋਂ ਪਾਣੀ ਖਿੱਚਣਾ। ਸੰਨ 1965 ਈਸਵੀ ਤੋਂ ਪਹਿਲੋਂ ਦੀ ਇੱਥੇ ਗੱਲ ਕਹੀ ਜਾਂਦੀ ਹੈ। ਉਸ ਤੋਂ ਵੀ ਬਹੁਤ ਪਹਿਲੋਂ ਘਰਾਂ ਵਿੱਚ ਅਜੇ ਪਾਣੀ ਵਾਲੇ ਨਲਕੇ ਲੱਗਣੇ ਸ਼ੁਰੂ ਨਹੀਂ ਸੀ ਹੋਏ ਤਾਂ ਝੀਵਰ ਖੂਹੀ ਵਿੱਚੋਂ ਬੋਕੇ ਨਾਲ ਪਾਣੀ ਕੱਢਦੇ ਜਾਂ ਲੋਹੇ ਦੇ ਬਣੇ ਡੋਲ ਨੂੰ ਪੌਣੀ ਉੱਪਰੋਂ ਦੀ ਲੱਜ ਰੱਸੇ ਦੀ ਮਦਦ ਨਾਲ ਖਿੱਚਦੇ ਤੇ ਉਹ ਖੂਹੀ ਵਿੱਚੋਂ ਕੱਢੇ ਪਾਣੀ ਨਾਲ ਭਰੇ ਹੋਏ ਡੋਲ ਦੇ ਪਾਣੀ ਨੂੰ ਨੇੜੇ ਰੱਖੇ ਹੋਏ ਪਾਣੀ ਵਾਲੇ ਖਾਲੀ ਚੀਕਣੀ ਮਿੱਟੀ ਨਾਲ ਬਣਾ ਕੇ ਪਕਾਏ ਹੋਏ ਘੜਿਆਂ ਨੂੰ ਪਾਣੀ ਨਾਲ ਭਰ ਕੇ ਵਹਿੰਗੀ ਉੱਪਰ ਰੱਖ ਕੇ 2 ਘੜੇ ਹਰ ਘਰ ਵਿੱਚ ਪਹੁੰਚਾਉਂਦੇ ਹੁੰਦੇ ਸਨ ਤੇ ਵਾਪਸੀ ਵੇਲੇ ਅਗਲੇ ਘਰੋਂ 2 ਹੋਰ ਘੜੇ ਚੁੱਕ ਕੇ ਲੈ ਜਾਂਦੇ ਸਨ। ਫਿਰ ਉਹਨਾਂ ਨੂੰ ਵੀ ਇਸੇ ਤਰ੍ਹਾਂ ਪਾਣੀ ਨਾਲ ਭਰ ਕੇ ਅਗਲੇ ਘਰ ਪਹੁੰਚਾ ਦਿੰਦੇ ਸਨ। ਇਸੇ ਤਰ੍ਹਾਂ ਉਹ ਹਰ ਘਰ ਵਿੱਚ 2-2 ਘੜੇ ਪਾਣੀ ਨਾਲ ਭਰ ਕੇ ਪਹੁੰਚਾਉਣ ਨਾਲ ਜਿੱਥੇ ਉਹਨਾਂ ਦਾ ਰੋਜ਼ਗਾਰ ਚਾਲੂ ਰਹਿੰਦਾ ਸੀ, ਉੱਥੇ ਪਿੰਡ ਦੇ ਹਰ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਘਰੇਲੂ ਵਰਤੋਂ ਵਾਸਤੇ ਪਾਣੀ ਦਾ ਬੰਦੋਬਸਤ ਕਰਨ ਦੀ ਲੋੜ ਨਹੀਂ ਪੈਂਦੀ ਸੀ। ਸਾਡੇ ਪਿੰਡ ਕਾਲਵਾ ਦੋਨਾ ਵਿਖੇ ਇਹ ਸੇਵਾ ਪਹਿਲੋਂ ਬਿਰਧਮਾਈ ਜੀਵੀ ਦੇ ਪਰਿਵਾਰ ਦਾ ਮੈਂਬਰ ਸਾਧੂ ਕਰਦਾ ਹੁੰਦਾ ਸੀ। ਉਸ ਨੂੰ ਹਲਕੇ ਹੋਏ ਕੁੱਤੇ ਦੇ ਕੱਟਣ ਨਾਲ ਉਹ 1937 ਈਸਵੀ ਦੇ ਲਗਭਗ ਹਲਕ ਕੇ ਮਰ ਗਿਆ ਸੀ। ਮਗਰੋਂ ਇਹ ਸੇਵਾ ਪਿੰਡ ਆਦੀ ਦੀ ਬਜ਼ੁਰਗ ਮਾਈ ਘਰਲੋ ਦਾ ਪੁੱਤਰ ਸਰਬਨ ਤੇ ਉਸ ਦਾ ਗੱਭਰੂ ਪੁੱਤਰ ਵੀਰੂ ਕਰਦੇ ਰਹੇ ਸਨ। ਉਸ ਤੋਂ ਮਗਰੋਂ ਹਰ ਘਰ ਵਿੱਚ ਨਲਕਾ ਲੱਗ ਜਾਣ ਕਰਕੇ ਇਸ ਸੱਭਿਆਚਾਰ ਦਾ ਭੋਗ ਪੈ ਗਿਆ ਸੀ। ਆਦੀ ਵਾਲਾ ਵੀਰੂ ਹੁਣ ਵੀ ਬਿਰਧ ਹਾਲਤ ਵਿੱਚ ਹੈ, ਪਰ ਠੀਕ ਠਾਕ ਹੈ। ਪੂਰੀ ਤਰ੍ਹਾਂ ਬਦਲ ਗਿਆ ਹੈ ਖੂਹੀ ਵਿੱਚੋਂ ਪਾਣੀ ਕੱਢਣ ਦਾ ਪੁਰਾਣਾ ਸੱਭਿਆਚਾਰ। ਸਮੇਂ ਨੇ ਕਿੰਨਾ ਜਲਦੀ ਪਲਟਾ ਖਾਧਾ ਹੈ।
ਮੌਜੂਦਾ ਸਮੇਂ ਵੇਲੇ ਦੀ ਮੇਰੀ ਉਮਰ ਵਾਲੀ ਬਜ਼ੁਰਗ ਪੀੜ੍ਹੀ ਨੇ ਹੀ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਜੋ ਕੁਝ ਬਦਲਦਾ ਵੇਖਿਆ, ਉਹ ਸਭ ਕੁਝ ਹੁਣ ਤੱਕ ਨਾ ਲਿਖਿਆ ਗਿਆ ਤੇ ਨਾ ਹੀ ਹੁਣ ਯਾਦਾਂ ਦਾ ਹਿੱਸਾ ਹੈ। ਉਹ ਹੁਣ ਤੱਕ ਅਣਲਿਖਿਆ ਤੇ ਭੁੱਲ ਚੁੱਕਿਆ ਇਤਿਹਾਸ ਦਾ ਅਣਗੌਲਿਆ ਵਰਕਾ ਹੀ ਬਣਿਆ ਪਿਆ ਹੈ। ਇਸ ਤੋਂ ਪਹਿਲਾਂ ਵੀ ਬਹੁਤ ਕੁਝ ਵਾਪਰ ਚੁੱਕਾ ਹੋਵੇਗਾ ਜੋ ਨਹੀਂ ਲਿਖਿਆ ਗਿਆ ਹੋਵੇਗਾ, ਤੇ ਭਵਿੱਖ ਵਿੱਚ ਵੀ ਨਾ ਲਿਖਿਆ ਜਾ ਸਕਣ ਵਾਲੇ ਬਹੁਤ ਕੁਝ ਨੇ ਅਜੇ ਵਾਪਰਨਾ ਬਾਕੀ ਹੈ। ਉਸ ਦੇ ਲਿਖਣ ਦਾ ਫੈਸਲਾ ਆਉਣ ਵਾਲੇ ਸਮੇਂ ਨੇ ਹੀ ਕਰਨਾ ਹੈ। ਇੱਥੇ ਗੱਲ ਚੱਲ ਰਹੀ ਸੀ ਪੁਰਾਣੇ ਸੱਭਿਆਚਾਰ ਦੇ ਪੂਰੀ ਤਰ੍ਹਾਂ ਬਦਲ ਜਾਣ ਦੀ। ਹਰ ਘਰ ਵਿੱਚ ਇਸ ਵੇਲੇ ਬਿਜਲੀ ਨਾਲ ਚੱਲਣ ਵਾਲੀ ਮੋਟਰ ਲੱਗ ਕੇ ਪੱਕੇ ਘਰਾਂ ਜਾਂ ਸੁੰਦਰ ਬਣ ਚੁੱਕੀਆਂ ਰੰਗ ਬਰੰਗੀਆਂ ਕੋਠੀਆਂ ਉੱਪਰ ਪਾਣੀ ਦੀਆਂ ਕਈ ਕਿਸਮਾਂ ਦੀਆਂ ਟੈਂਕੀਆਂ ਸੁੰਦਰਤਾ ਵਿੱਚ ਹੋਰ ਵਾਧਾ ਕਰ ਰਹੀਆਂ ਨੇ। ਵੈਸੇ ਸਰਕਾਰ ਵੱਲੋਂ ਹੁਣ ਹਰ ਵੱਡੇ ਪਿੰਡ ਵਿੱਚ ਅਸਮਾਨ ਨੂੰ ਹੱਥ ਲਾਉਂਦੀ ਬਹੁਤ ਉੱਚੀ ਪਾਣੀ ਦੀ ਟੈਂਕੀ ਤੇ ਛੋਟੇ ਪਿੰਡਾਂ ਵਿੱਚ ਵੈਸੇ ਹੀ ਟੈਂਕੀ ਤੋਂ ਬਗੈਰ ਲੋਕਾਂ ਦੀ ਸਹੂਲਤ ਵਾਸਤੇ ਮੋਟਰਾਂ ਲੱਗ ਚੁੱਕੀਆਂ ਹਨ। ਸਮੇਂ ਨੇ ਹੁਣ ਤਰੱਕੀ ਕਰਕੇ ਜਿੱਥੇ ਪੁਰਾਣੇ ਸੱਭਿਆਚਾਰ ਨੂੰ ਬਦਲ ਕੇ ਆਪਣੇ ਹਾਣ ਦਾ ਬਣਾ ਕੇ ਸਾਨੂੰ ਵਿਸ਼ਵ ਦੇ ਅਗਾਂਹ ਵਧੂ ਸਮਾਜ ਦੇ ਬਰਾਬਰ ਖੜੇ ਹੋਣ ਦਾ ਮੌਕਾ ਪ੍ਰਦਾਨ ਕੀਤਾ, ਉੱਥੇ ਧਰਤੀ ਦੇ ਉੱਪਰਲੇ ਲੈਵਲ ਤੋਂ ਪਾਣੀ ਹੋਰ ਬਹੁਤ ਡੂੰਘਾ ਚਲੇ ਜਾਣ ਕਰਕੇ ਲੰਮੇ ਸਮੇਂ ਤੋਂ ਚਲੇ ਆ ਰਹੇ ਖੂਹਾਂ ਤੇ ਨਲਕਿਆਂ ਦੇ ਸੱਭਿਆਚਾਰ ਦਾ ਵੀ ਖਾਤਮਾ ਕਰ ਦਿੱਤਾ ਹੈ, ਜਿਸ ਕਰਕੇ ਖੂਹਾਂ ਨੂੰ ਮਿੱਟੀ ਨਾਲ ਪੂਰਨਾ ਪਿਆ ਤੇ ਨਲਕਿਆਂ ਨੂੰ ਪੁੱਟ ਕੇ ਕਬਾੜੀਆਂ ਕੋਲ ਸਸਤੇ ਭਾਅ ਤੇ ਉਹਨਾਂ ਦੇ ਲੋਹੇ ਨੂੰ ਵੇਚਣਾ ਪਿਆ। ਹੁਣ ਖੂਹਾਂ ਤੇ ਨਲਕਿਆਂ ਦੀਆਂ ਫੋਟੋਆਂ ਹੀ ਕਾਗਜ਼ਾਂ ਵਿੱਚ ਦੇਖ ਸਕਿਆ ਕਰਾਂਗੇ। ਸੱਭਿਆਚਾਰ ਦੇ ਬਦਲਣ ਦੀ ਕਹਾਣੀ ਦਾ ਮੁੱਖ ਕਾਰਨ ਸਮੇਂ ਨੇ ਕਰਵਟ ਬਦਲਣਾ ਅਥਵਾ ਤਰੱਕੀ ਕਰਨਾ ਹੀ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਆਬਪਾਸ਼ੀ ਵਿੱਚ ਖੂਹਾਂ ਹਲਟਾਂ ਦਾ ਯੋਗਦਾਨ। ਕੱਚੇ ਅਤੇ ਪੱਕੇ ਖੂਹਾਂ ਤੇ ਹਲਟਾਂ ਬਾਰੇ ਅਸੀਂ ਵਰਣਨ ਕਰ ਆਏ ਹਾਂ। ਇੱਥੇ ਕੱਚੇ ਖੂਹਾਂ ਤੋਂ ਪੱਕੇ ਬਣਨਾ ਤੇ ਉਹਨਾਂ ਉੱਪਰ ਪਹਿਲੋਂ ਲੱਕੜੀ ਤੇ ਮਗਰੋਂ ਲੋਹੇ ਦੇ ਵਿੱਢ ਲਗਾਉਣ ਨਾਲ ਹਲਟ ਬਣਨ ਬਾਰੇ ਵਰਣਨ ਕੀਤਾ ਜਾਵੇਗਾ। ਪਹਿਲੋਂ ਕੱਚੇ ਬਣੇ ਤੇ ਮਗਰੋਂ ਪੱਕੇ ਬਣੇ ਖੂਹਾਂ ਨੇ ਜੋ ਆਪਣਾ ਹਿੱਸਾ ਖੇਤੀ ਸੱਭਿਆਚਾਰ ਵਿੱਚ ਦਰਜ ਕਰਾਇਆ ਸੀ, ਉਸ ਨੂੰ ਨਾ ਭੁਲਾਇਆ ਜਾ ਸਕਦਾ ਤੇ ਨਾ ਹੀ ਉਹਨਾਂ ਵੱਲੋਂ ਖੇਤੀ ਸੱਭਿਆਚਾਰ ਵਿੱਚ ਪਾਏ ਯੋਗਦਾਨ ਨੂੰ ਘਟਾ ਕੇ ਦੇਖਿਆ ਜਾ ਸਕਦਾ। ਭਾਵੇਂ ਉਹ ਬਹੁਤ ਡੂੰਘੇ ਹੋਣ ਕਰਕੇ ਡਰਾਉਣੇ ਹੀ ਨਹੀਂ ਸਨ, ਸਗੋਂ ਸੱਚਮੁੱਚ ਥੋੜ੍ਹੀ ਜਿਹੀ ਹੋਈ ਗਲਤੀ ਜਾਣ ਜਾਣੇ ਵਿੱਚ ਬਹੁਤ ਸਾਰੇ ਗਰੀਬ ਕਿਸਾਨਾਂ ਨੂੰ ਮਿੱਟੀ ਦੀਆਂ ਡਿੱਗੀਆਂ ਢਿੱਗਾਂ ਹੇਠ ਆ ਕੇ ਜਾਂ ਹੋਰ ਕਾਰਨਾਂ ਕਰਕੇ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਸਨ। ਇਤਨੇ ਖਤਰਨਾਕ ਤੇ ਬਹੁਤ ਮਹਿੰਗੇ ਸੱਭਿਆਚਾਰ ਨੂੰ ਫਿਰ ਵੀ ਅਪਣਾਈ ਰੱਖਣ ਤੋਂ ਬਗੈਰ ਕਿਸਾਨਾਂ ਵਾਸਤੇ ਹੋਰ ਕੋਈ ਚਾਰਾ ਹੈ ਵੀ ਨਹੀਂ ਸੀ। ਇਸ ਭਿਆਨਕ ਸੱਭਿਆਚਾਰ ਤੋਂ ਕਿਸਾਨਾਂ ਦਾ ਛੁਟਕਾਰਾ ਬਿਜਲੀ ਦੀ ਪਾਵਰ ਨਾਲ ਚੱਲਣ ਵਾਲੀਆਂ ਮੋਨੋਬਲਾਕ ਮੋਟਰਾਂ ਨੇ ਵੀ ਨਹੀਂ, ਬਲਕਿ ਪਾਣੀ ਅੰਦਰ ਚੱਲਣ ਵਾਲੀਆਂ ਮੱਛੀ ਮੋਟਰਾਂ ਦੀ ਨਿਕਲੀ ਕਾਢ ਨੇ ਹੀ ਕਰਵਾਇਆ ਹੈ। ਕੱਚੇ ਖੂਹਾਂ ਨੂੰ ਪੱਕੇ ਕਰਨ ਦੀ ਲੋੜ ਕਿਵੇਂ ਬਣੀ? ਧਰਤੀ ਹੇਠਾਂ ਮੌਜੂਦ ਪਾਣੀ ਦੇ ਲੈਵਲ ਬਾਰੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਪਤਾ ਨਹੀਂ ਕਿੰਨੀ ਵਾਰ ਪਾਣੀ ਬਹੁਤ ਡੂੰਘਾ ਜਾ ਚੁੱਕਿਆ ਤੇ ਕਈ ਵਾਰ ਉੱਪਰ ਵੀ ਆ ਜਾਂਦਾ ਰਿਹਾ। ਪੁਰਾਣੇ ਸਮੇਂ ਵੇਲੇ ਜਦੋਂ ਫਸਲਾਂ ਨੂੰ ਪਾਣੀ ਦੇਣ ਵਾਸਤੇ ਪਹਿਲੋਂ ਪਹਿਲ ਮਿੱਟੀ ਪੁੱਟ ਕੇ ਕੱਚੇ ਖੂਹ ਹੋਂਦ ਵਿੱਚ ਆਏ ਹੋਣਗੇ, ਤਦ ਹੋ ਸਕਦਾ ਹੈ ਪਾਣੀ ਦਾ ਲੈਵਲ ਧਰਤੀ ਦੇ ਉੱਪਰਲੇ ਲੈਵਲ ਤੋਂ ਨੇੜੇ ਹੀ ਹੋਵੇਗਾ। ਜਿਵੇਂ ਜਿਵੇਂ ਪਾਣੀ ਹੇਠਾਂ ਉਤਰਦਾ ਗਿਆ ਹੋਵੇਗਾ, ਖੂਹਾਂ ਦੀ ਡੂੰਘਾਈ ਵੀ ਵੱਧਦੀ ਗਈ ਹੋਵੇਗੀ। ਤਾਂ ਕੀ ਹੋਇਆ ਹੋਵੇਗਾ? ਖੂਹਾਂ ਦੀ ਡੂੰਘਾਈ ਵਧਣ ਨਾਲ ਮਿੱਟੀ ਦੀਆਂ ਢਿੱਗਾਂ ਖੂਹਾਂ ਵਿੱਚ ਹੀ ਡਿੱਗਣ ਨਾਲ ਜਾਂ ਤਾਂ ਫਿਰ ਤੋਂ ਨਵੇਂ ਹੋਰ ਖੂਹ ਪੁੱਟਣੇ ਪਏ ਹੋਣਗੇ, ਜਾਂ ਡਿੱਗੀ ਹੋਈ ਡਿੱਗਦੀ ਮਿੱਟੀ ਵੀ ਫਿਰ ਬਾਹਰ ਕੱਢ ਕੇ ਖੂਹ ਹੋਰ ਚੌੜਾ ਕਰਨਾ ਪਿਆ ਹੋਵੇਗਾ। ਉਤਨੇ ਸਮੇਂ ਤੱਕ ਚੀਕਣੀ ਮਿੱਟੀ ਦੀਆਂ ਛੋਟੀਆਂ ਨਾਨਕਸ਼ਾਹੀ ਇੱਟਾਂ ਨੂੰ ਬਣਾ ਕੇ ਤੇ ਅੱਗ ਦੇ ਸੇਕ ਨਾਲ ਪਕਾਉਣ ਦੀ ਕਾਢ ਵੀ ਨਿਕਲ ਆਈ ਹੋਵੇਗੀ ਤੇ ਆਵੇ ਬਣਾ ਕੇ ਛੋਟੀਆਂ ਇੱਟਾਂ ਤੇ ਪਾਣੀ ਵਾਸਤੇ ਘੜੇ ਤੇ ਹੋਰ ਛੋਟੇ ਵੱਡੇ ਮਿੱਟੀ ਦੇ ਬਰਤਨ ਪਕਾਏ ਜਾਣ ਲੱਗ ਪਏ ਹੋਣਗੇ। ਉਸ ਵੇਲੇ ਦੀਆਂ ਬਣੀਆਂ ਛੋਟੀਆਂ ਇੱਟਾਂ ਸਫਾਈ ਪੱਖੋਂ ਭਾਵੇਂ ਖੂਬਸੂਰਤ ਨਹੀਂ ਸਨ, ਪਰ ਪਕਾਈ ਪੱਖੋਂ ਬਹੁਤ ਹੀ ਪੱਕੀਆਂ ਹੋਈਆਂ ਹੁੰਦੀਆਂ ਸਨ। ਜਦੋਂ ਕੋਈ ਨਵੀਂ ਕਾਢ ਪਹਿਲੋਂ ਨਿਕਲਦੀ ਹੈ ਤਾਂ ਐਵੇਂ ਹੀ ਹੁੰਦੀ ਹੈ। ਉਸ ਵੇਲੇ ਡਿਗਰੀਆਂ ਮਿੱਟੀ ਦੀਆਂ ਡਿੱਗਾਂ ਨੂੰ ਡਿੱਗਣੋਂ ਹਟਾਉਣ ਵਾਸਤੇ ਖੂਹ ਵਿੱਚ ਕੰਧ ਉਸਾਰਨ ਲਈ ਇੱਟਾਂ ਦੀ ਚਨਾਈ ਪਹਿਲੋਂ ਪਹਿਲ ਗਾਰੇ ਨਾਲ ਕੀਤੀ ਗਈ ਹੋਵੇਗੀ, ਪਰ ਸਫਲਤਾ ਨਾ ਮਿਲਣ ਤੋਂ ਮਗਰੋਂ ਰੋੜਾਂ ਨੂੰ ਧੋ ਕੇ ਫਿਰ ਗਰਮ ਕਰਕੇ ਚੱਕੀਆਂ ਨਾਲ ਪੀ ਕੇ ਚੂਨਾ ਬਣਾਉਣ ਦੀ ਕਾਢ ਕੱਢ ਕੇ ਇੱਟਾਂ ਦੀ ਚਨਾਈ ਚੂਨੇ ਨਾਲ ਹੋਣੀ ਸ਼ੁਰੂ ਹੋ ਗਈ ਹੋਵੇਗੀ। ਪੁਰਾਣੇ ਬਣੇ ਖੂਹਾਂ ਨੂੰ ਜੋ ਨਜ਼ਰ ਹੀ ਆਉਂਦੇ ਦੇਖਿਆ ਤੋਂ ਪਤਾ ਲੱਗਦਾ ਹੈ ਕਿ ਉਹ ਸਾਰੇ ਚੂਨੇ ਦੀ ਚਨਾਈ ਕਰਕੇ ਛੋਟੀਆਂ ਇੱਟਾਂ ਦੇ ਹੀ ਬਣੇ ਹੋਏ ਸਨ। ਪੁਰਾਣੇ ਸਮੇਂ ਵੇਲੇ ਖੂਹ ਲਵਾਉਣ ਨੂੰ ਬਹੁਤ ਵੱਡਾ ਪ੍ਰੋਜੈਕਟ ਸਮਝਿਆ ਜਾਂਦਾ ਸੀ। ਪੁਰਾਣੇ ਸਮੇਂ ਵੇਲੇ ਜਦੋਂ ਕਿਸਾਨੀ ਜਮਾਤ ਗਰੀਬੀ ਨਾਲ ਸੰਘਰਸ਼ ਕਰ ਰਹੀ ਹੁੰਦੀ ਸੀ, ਪਰ ਖੂਹ ਲਗਾਉਣ 'ਤੇ ਬਹੁਤ ਖਰਚ ਦੀ ਲੋੜ ਸੀ, ਜਿਸ ਨੂੰ ਪੈਸੇ ਉਧਾਰੇ ਫੜ ਕੇ ਜਾਂ ਜ਼ਮੀਨ ਵੇਚ ਕੇ ਸਿਰੇ ਚਾੜ੍ਹਨਾ ਪੈਂਦਾ ਸੀ। ਇਸ ਵਿੱਚ ਨਗਦ ਖਰਚ ਤੋਂ ਬਗੈਰ ਕਈ ਪੀਪੇ ਦੇਸੀ ਘਿਓ ਤੇ ਦੁੱਧ ਦੀ ਖੁੱਲ੍ਹੀ ਵਰਤੋਂ ਕੀਤੇ ਬਗੈਰ ਨਹੀਂ ਸਰਦਾ ਸੀ। ਖੈਰ, ਉਸ ਵੇਲੇ ਲਵੇਰੀਆਂ ਮੱਝਾਂ ਨੂੰ ਕਪਾਹ ਦੇ ਘਰੇਲੂ ਜਾਂ ਦੁਕਾਨਾਂ ਤੋਂ ਮਿਲਦੀਆਂ ਔਕਾੜ ਹੁਣ ਪਾਕਿਸਤਾਨ ਦੀ ਵਧੀਆ ਕਪਾਹ ਦੇ ਕਾਲੇ ਰੰਗ ਦੇ ਤੇ ਬਹੁਤ ਮੋਟੀ ਗਿਰੀ ਵਾਲੇ ਵੜੇਵਿਆਂ ਦੀਆਂ ਬੋਰੀਆਂ ਦੇ ਵੜੇਵੇਂ ਤੇ ਦੇਸੀ ਖਲ ਬਹੁਤ ਚਾਰੀ ਜਾਂਦੀ ਸੀ।
ਕਿਸਾਨ ਬੀਬੀਆਂ ਖੂਹ ਲਗਵਾਉਣਾ ਸ਼ੁਰੂ ਹੋਣ ਤੋਂ ਪਹਿਲਾਂ ਦੇਸੀ ਘਿਓ ਦੇ ਕਈ ਪੀਪੇ ਜੋੜ ਕੇ ਰੱਖ ਲੈਂਦੀਆਂ ਸਨ। ਉਸ ਵੇਲੇ ਵਧੀਆ ਦੇਸੀ ਘਿਓ 2 ਜਾਂ 3 ਰੁਪਏ ਸੇਰ ਵਿਕਦਾ ਹੁੰਦਾ ਸੀ ਅਤੇ ਪੂਰੀ ਸਰੀਰਕ ਤਾਕਤ ਨਾਲ ਕੰਮ ਕਰਨ ਵਾਲੇ ਨੌਜਵਾਨ ਦੁੱਧ ਦੇ ਕਈ ਛੰਨੇ ਜਾਂ ਕੰਗਣੀ ਵਾਲੇ ਵੱਡੇ ਗਲਾਸ ਚੜ੍ਹ ਜਾਂਦੇ ਸਨ। ਇਸੇ ਤਰ੍ਹਾਂ ਦੇਸੀ ਘਿਓ ਚਮਚਿਆਂ ਨਾਲ ਨਹੀਂ ਸਗੋਂ ਕੜਛੀਆਂ ਨਾਲ ਗਲਾਸ ਭਰ ਕੇ ਅੱਖਾਂ ਬੰਦ ਕਰਕੇ ਚੀਂਗ ਲਾ ਕੇ ਪੀ ਜਾਂਦੇ ਸਨ। ਸਰਦੀਆਂ ਵੇਲੇ ਦੇਸੀ ਘਿਓ ਜੰਮ ਕੇ ਜਦੋਂ ਬਰਫੀ ਵਰਗਾ ਹੋ ਜਾਂਦਾ ਤਦ ਬੱਚੇ ਪੀਪੇ ਵਿੱਚੋਂ ਦੇਸੀ ਘਿਓ ਦੀਆਂ ਟੁਕੜੀਆਂ ਖੁਰਚਣੀ ਨਾਲ ਪੁੱਟ ਕੇ ਆਪਣੇ ਪਾਏ ਹੋਏ ਖੱਦਰ ਦੇ ਝੱਗੇ ਯਾਨੀ ਕਮੀਜ਼ ਦੇ ਸੱਜੇ ਹੱਥ ਰੱਖੇ ਖੀਸੇ ਵਿੱਚ ਪਾ ਲੈਂਦੇ ਤੇ ਤੁਰੇ ਫਿਰਦੇ ਖਾਂਦੇ ਰਹਿੰਦੇ ਸਨ। ਖੂਹ ਲਗਵਾਉਣ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਨੌਜਵਾਨਾਂ ਨੇ ਸਰੀਰਕ ਬਲ, ਤਰਖਾਣ, ਲੋਹਾਰ, ਰਾਜ ਮਿਸਤਰੀ ਤੇ ਚੁੱਭੀ ਮਾਰਨ ਵਾਲੇ ਚੀਵਰ ਤੇ ਹੋਰ ਸਹਾਇਕ ਭਾਈਚਾਰਿਆਂ ਦੇ ਚੰਗੇ ਯੋਗਦਾਨ ਦੀ ਬਹੁਤ ਲੋੜ ਪੈਂਦੀ ਸੀ ਤਾਂ ਜਾ ਕੇ ਇਹ ਪ੍ਰੋਜੈਕਟ ਸਿਰੇ ਚੜ੍ਹਦਾ ਸੀ। ਉਸ ਵੇਲੇ ਤਾਂ ਵਿਗਿਆਨ ਬਾਰੇ ਪੜ੍ਹਿਆ ਲਿਖਿਆ ਕੋਈ ਵਿਗਿਆਨੀ ਤਾਂ ਹੁੰਦਾ ਨਹੀਂ ਸੀ, ਪਰ ਇਹੀ ਭਾਈਚਾਰੇ ਉਸ ਵੇਲੇ ਆਪਣੀ ਉੱਚੀ ਸਮਝ ਵਰਤ ਕੇ ਖੂਹ ਲੱਗਣ ਦੇ ਅੜਿੱਕਿਆਂ ਨੂੰ ਵਿਗਿਆਨੀ ਬਣ ਕੇ ਹੀ ਦੂਰ ਕਰ ਦਿੰਦੇ ਸਨ। ਖੂਹ ਲੱਗਣ ਤੋਂ ਪਹਿਲਾਂ ਪਰਿਵਾਰਕ ਮੈਂਬਰ ਤੇ ਉਸਦੇ ਹਿੱਸੇਦਾਰ ਮਿਲ ਬੈਠ ਕੇ ਸਲਾਹ ਮਸ਼ਵਰਾ ਕਰਦੇ ਹੁੰਦੇ ਸਨ ਤੇ ਫਿਰ ਖੂਹ ਵਾਲੀ ਥਾਂ ਦੀ ਖੇਤ ਵਿੱਚ ਚੋਣ ਕੀਤੀ ਜਾਂਦੀ ਸੀ। ਚੀਕਨੀ ਮਿੱਟੀ ਦੀਆਂ ਛੋਟੇ ਆਕਾਰ ਦੀਆਂ ਇੱਟਾਂ ਪਕਾਉਣ ਦੇ ਧੰਦੇ ਬਾਰੇ ਵੀ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਸੱਭਿਆਚਾਰ ਕਦੋਂ ਹੋਂਦ ਵਿੱਚ ਆਇਆ ਹੋਵੇਗਾ, ਪਰ ਇਹਨਾਂ ਨਾਲ ਬਾਬੇ ਨਾਨਕ ਦਾ ਨਾਂ ਜੁੜ ਜਾਣ ਕਰਕੇ ਬਾਬੇ ਨਾਨਕ ਦੀ ਜਨਮ ਤਰੀਕ 15/4/1469 ਈਸਵੀ ਤੋਂ ਲੈ ਕੇ ਜੋਤੀ ਜੋਤ ਸਮਾ ਜਾਣ ਦੀ ਤਰੀਕ 7/9/1539 ਈਸਵੀ ਦੇ ਅੰਦਰ ਹੈ, ਕਿਉਂਕਿ ਸ਼ੇਰ ਸ਼ਾਹ ਸੂਰੀ ਨੇ ਨਕੋਦਰ ਦੇ ਨੇੜੇ ਦੱਖਣੀ ਸਰਾਂ ਅਤੇ ਸੁਲਤਾਨਪੁਰ ਲੋਧੀ ਵਿਖੇ ਬਣੀ ਸਰਾਏ ਖਾਸ ਆਪਣੇ ਰਾਜਕਾਲ ਸਮੇਂ ਹੀ ਇਹਨਾਂ ਦੀ ਨੀਂਹ ਰੱਖੀ ਗਈ ਸੀ, ਜੋ ਛੋਟੀਆਂ ਇੱਟਾਂ ਨਾਲ ਬਣੀਆਂ ਹਨ। ਇਸੇ ਤਰ੍ਹਾਂ ਕੋਸ ਮੀਨਾਰ ਤੇ ਪੱਕੇ ਖੂਹ ਵੀ ਬਣਵਾਏ ਗਏ ਸਨ ਅਤੇ ਹੋ ਸਕਦਾ ਹੈ ਕਿ ਵੱਡੀਆਂ ਡਬਲ ਇੱਟਾਂ 1901 ਈਸਵੀ ਤੋਂ ਮਗਰੋਂ ਹੀ ਬਣਨੀਆਂ ਤੇ ਪੱਕਣੀਆਂ ਸ਼ੁਰੂ ਹੋਈਆਂ ਹੋਣਗੀਆਂ ਤੇ ਜਿਹੜੇ ਆਖਰੀ ਖੂਹ ਹੋਂਦ ਵਿੱਚ ਆਏ ਸਨ ਉਹ ਮੁਰੱਬੇਬੰਦੀ ਤੋਂ ਮਗਰੋਂ ਤਿਆਰ ਹੋਏ। ਫਿਰ ਜਲਦੀ ਨਵੇਂ ਖੂਹ ਲੱਗਣੇ ਬੰਦ ਹੋ ਗਏ ਸਨ ਕਿਉਂਕਿ ਪੱਕੇ ਖੂਹਾਂ ਦਾ ਬਦਲ ਧਰਤੀ ਵਿੱਚੋਂ ਬੋਰ ਕਰਾ ਕੇ ਡੀਜ਼ਲ ਨਾਲ ਚੱਲਣ ਵਾਲੇ ਇੰਜਨਾਂ ਨਾਲ ਪਾਣੀ ਖਿੱਚਣ ਵਾਲਾ ਢੰਗ ਨਿਕਲ ਆਇਆ ਸੀ। ਖੂਹਾਂ ਦਾ ਕੱਲ, ਅੱਜ ਤੇ ਪਲਕ ਹੁਣ ਤੱਕ ਸੁੱਕ ਮੁੱਕ ਗਏ ਹਨ ਖੂਹ। ਕਿਸੇ ਵੇਲੇ ਪੰਜਾਬੀ ਜਨਜੀਵਨ ਦਾ ਤੁਰਾ ਖੂਹ ਹੀ ਹੁੰਦੇ ਸਨ। ਉਸ ਵੇਲੇ ਜੋ ਰੌਣਕਾਂ ਖੂਹਾਂ 'ਤੇ ਲੱਗਦੀਆਂ ਸਨ ਉਸ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਜੋ ਹੁਣ ਬੀਤੇ ਦੀ ਬਾਤ ਇਤਿਹਾਸ ਦਾ ਅਣਗੌਲਿਆ ਵਰਕਾ ਹੀ ਬਣ ਗਈ ਹੈ। ਜੋ ਉਸ ਵੇਲੇ ਜ਼ਿੰਦਗੀ ਦਾ ਕੀਮਤੀ ਫਲਸਫਾ ਖੂਹ ਹੀ ਸਨ। ਪਿੰਡਾਂ ਦੀਆਂ ਸੱਥਾਂ ਤਾਂ ਉਸ ਵੇਲੇ ਵੇਲੜਾਂ ਦੇ ਤਾਸ਼ ਕੁੱਟਣ ਤੇ ਗੱਪਾਂ ਮਾਰਨ ਦਾ ਕੇਂਦਰ ਹੀ ਹੁੰਦੀਆਂ ਸਨ ਅਤੇ ਖੂਹ ਫਸਲ ਨੂੰ ਪਾਣੀ ਦੇਣ ਤੇ ਘਰੇਲੂ ਵਰਤੋਂ ਵਾਸਤੇ ਵੱਧ ਪਾਣੀ ਲੈ ਜਾਣ ਵਾਸਤੇ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਘੜੇ ਭਰਨ ਤੇ ਆਪਸ ਵਿੱਚ ਮਿਲਣ ਤੇ ਹੱਸਣ ਤੇ ਦੁੱਖ ਸਾਂਝਾ ਕਰਨ ਦਾ ਕੇਂਦਰ ਹੁੰਦੇ ਸਨ। ਹੁਣ ਸੱਥਾਂ ਖਤਮ ਹੋ ਗਈਆਂ ਹਨ ਤੇ ਖੂਹ ਸੋਕੀ ਨਹੀਂ ਗਏ, ਸਗੋਂ ਬਾਹਰੋਂ ਮਿੱਟੀ ਲਿਆ ਕੇ ਪੂਰੇ ਜਾਣ ਕਰਕੇ ਮੁੱਕ ਕੇ ਉਹਨਾਂ ਦੇ ਨਾਮ ਨਿਸ਼ਾਨ ਮਿਟ ਗਏ ਹਨ। ਉਹਨਾਂ ਦਾ ਲੋਹਾ ਵੀ ਬਹੁਤ ਸਮਾਂ ਪਹਿਲੋਂ ਕਬਾੜੀਆਂ ਕੋਲ ਪਹੁੰਚ ਗਿਆ। ਖੂਹਾਂ ਨੇ ਕਈ ਸੌ ਸਾਲਾਂ ਤੋਂ ਫਸਲਾਂ ਨੂੰ ਪਾਣੀ ਨਾਲ ਪਾਲ ਕੇ ਮਨੁੱਖਤਾ ਦੀ ਸੇਵਾ ਬਹੁਤ ਹੀ ਵਫਾਦਾਰੀ ਨਾਲ ਨਿਭਾਈ ਹੈ। ਉਹਨਾਂ ਦਾ ਪਾਣੀ ਸੱਚਮੁੱਚ ਬਹੁਤ ਹੀ ਸਵਾਦੀ, ਗਰਮੀਆਂ ਵਿੱਚ ਠੰਡਾ ਅਤੇ ਸਰਦੀਆਂ ਨੂੰ ਥੋੜ੍ਹਾ ਜਿਹਾ ਗਰਮ ਮਿੱਠਾ ਸ਼ਰਬਤ ਦੇ ਘੁੱਟਾਂ ਵਰਗਾ ਹੀ ਹੁੰਦਾ ਸੀ। ਉਹਨਾਂ ਦੀਆਂ ਮੌਣਾਂ ਉੱਤੇ ਹਰ ਐਤਵਾਰ ਸ਼ਾਮ ਵੇਲੇ ਖਵਾਜੇ ਪੀਰ ਦੀ ਪੂਜਾ ਦੇ ਸੂਚਕ ਆਟੇ ਦੇ ਬਣੇ ਦੇਸੀ ਘਿਓ ਦੇ ਦੀਵੇ ਜਗਦੇ ਹੁੰਦੇ ਸਨ ਤੇ ਦਲੀਆ ਵੀ ਵੰਡਿਆ ਜਾਂਦਾ ਸੀ। ਖੂਹਾਂ ਦੀ ਕਦਰ ਕਰਨ ਵਾਲੇ ਕੁਝ ਉਦਮੀਆਂ ਨੇ ਖੂਹਾਂ ਨੂੰ ਯਾਦਾਂ ਤੇ ਨਿਸ਼ਾਨੀਆਂ ਦੇ ਤੌਰ ਤੇ ਅਜੇ ਵੀ ਸੰਭਾਲਿਆ ਹੋਇਆ ਹੈ। ਇਤਿਹਾਸਕ ਜਾਂ ਦੂਸਰੇ ਖੂਹ ਜਿਨ੍ਹਾਂ ਨੂੰ ਪਿਆਰ ਸਤਿਕਾਰ ਨਾਲ ਹੁਣ ਵੀ ਸੰਭਾਲਿਆ ਜਾ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਮਸ਼ਹੂਰ ਸ਼ਹਿਰ ਬਟਾਲਾ ਤੋਂ 5 ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਸਾਹਿਬ ਉਠੀਆਂ ਸਾਹਿਬ ਵਿਖੇ 5ਵੇਂ ਗੁਰੂ ਜੀ ਦੇ ਵੇਲੇ ਦਾ ਪੁਰਾਤਨ 8 ਨੁਕਰਾ ਖੂਹ ਨੂੰ ਦੁਬਾਰਾ ਪਹਿਲਾ ਰੂਪ ਦੇ ਕੇ ਵਿੱਢ ਤੇ ਟਿੰਡਾਂ ਸਮੇਤ ਸੰਭਾਲਿਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਕੁਝ ਦੂਰੀ ਤੇ ਛੇਹਰਟਾ ਸਾਹਿਬ ਵਿਖੇ ਵੀ ਪੁਰਾਤਨ 6 ਹਲਟੇ ਖੂਹ ਨੂੰ ਸੰਭਾਲਿਆ ਜਾ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 300 ਸਾਲ ਪੁਰਾਣੇ ਖੂਹ ਜੋ ਬਾਬਾ ਦੀਪ ਸਿੰਘ ਜੀ ਵੱਲੋਂ ਨਿੱਕੀਆਂ ਇੱਟਾਂ ਦੇ ਪੁਰਾਤਨ 12 ਵਿੰਡਾ ਖੂਹ ਦੀ 12 ਪੌੜੀਆਂ ਵਾਲੇ 150 ਫੁੱਟ ਡੂੰਘੇ ਦੀ ਤਾਮੀਰ ਕਰਾਈ ਸੀ, ਜਿਸ ਵਿੱਚ ਪਾਣੀ ਤਾਰੇ ਵਾਂਗੂ ਦਿਸਦਾ ਹੈ ਵੀ ਸੰਭਾਲਿਆ ਹੋਇਆ ਹੈ। ਬਠਿੰਡਾ ਨੇੜੇ ਪਿੰਡ ਭਾਈਕਾ ਵਿਖੇ ਭੂਤਾਂ ਵਾਲੇ ਨਾਂ ਵਾਲੇ ਖੂਹ ਨੂੰ ਜੋ 1761 ਈਸਵੀ ਵਿੱਚ ਬਣਿਆ ਸੀ ਵੀ ਸੰਭਾਲਿਆ ਹੋਇਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀਨਾ ਕਾਂਗੜ ਵਿਖੇ ਪਧਾਰੇ ਸਨ ਉਸ ਵੇਲੇ ਉਹ ਖੂਹ ਸਾਰੀ ਦਿਨ ਸੀ। ਸੰਗਰੂਰ ਉੱਬੋਵਾਲ ਪਿੰਡ ਵਿਚਕਾਰ ਅੱਧ 'ਚ ਬਣੀ ਅੱਧੀ ਖੂਹੀ ਨੂੰ ਵੀ ਸੰਭਾਲਿਆ ਹੋਇਆ ਹੈ। ਇਸੇ ਤਰ੍ਹਾਂ ਪਿੰਡ ਸਰਾਭਾ ਵਿਸ਼ਾਲ ਖੂਹ ਪ੍ਰਸਿੱਧ ਹੈ। ਮਲੇਰਕੋਟਲਾ ਵਿਖੇ ਮਲੇਰ ਬਾਜ਼ਾਰ ਵਾਲੀ ਖੂਹੀ ਨੂੰ 7 ਪੌੜੀਆਂ ਸਮੇਤ ਸੰਭਾਲਿਆ ਜਾ ਰਿਹਾ ਹੈ। ਲੌਂਗੋਵਾਲ ਵਿਖੇ ਛੱਤੇ ਹੋਏ ਖੂਹ ਨੂੰ ਜਿਸ ਉੱਤੇ ਛੱਤ ਪਾਈ ਹੋਈ ਹੈ ਨੂੰ ਵੀ ਸੰਭਾਲਿਆ ਜਾ ਰਿਹਾ ਹੈ। ਖਿੰਡ ਖੇੜੀ ਜੱਟਾਂ ਵਿਖੇ ਬਗੀਚੀ ਵਾਲੀ ਤੇ ਮੋਗਾ ਦੇ ਪਿੰਡ ਨਿਓਰ ਵਿਚਲੀ ਖੂਹੀ ਵੀ ਸੰਭਾਲੀ ਹੋਈ ਹੈ।
ਫਰੀਦਕੋਟ ਦੇ ਪਿੰਡ ਢਿਲਵਾਂ ਕਲਾਂ ਵਾਲੀ ਖੂਹੀ ਸੰਭਾਲੀ ਜਾ ਰਹੀ ਹੈ। ਸਾਡੇ ਪਿੰਡ ਕਾਲਮਾ ਦੋਨਾ ਵਿਖੇ ਹਿੰਦੂ ਸੰਤਾਂ ਦੇ ਸੰਨਿਆਸ ਆਸ਼ਰਮ ਵਾਲੀ ਪੁਰਾਣੀ ਖੂਹੀ ਵਿੱਢ ਸਮੇਤ ਚੱਲਦੀ ਹਾਲਤ ਵਿੱਚ ਸੰਭਾਲੀ ਹੋਈ ਹੈ। ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈ ਦੇ ਪੱਕਦੇ ਕੰਢੇ ਉੱਤੇ ਸੰਤ ਬਲਵੀਰ ਸਿੰਘ ਜੀ ਨਿਰਮਲ ਕੁਟੀਆ ਸੀਚੇਵਾਲ ਨੇ ਖੂਹ ਦਾ ਹੂਬ ਨਵਾਂ ਵਿੱਢ ਸਮੇਤ ਮਾਡਲ ਬਣਵਾ ਕੇ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਨੂੰ ਦਿਖਾਉਣ ਵਾਸਤੇ ਤਿਆਰ ਕਰਵਾਇਆ ਹੈ। ਇਸੇ ਤਰ੍ਹਾਂ ਦੇ ਪੁਰਾਤਨ ਖੂਹ ਹੋਰ ਵੀ ਹੋ ਸਕਦੇ ਨੇ ਜੋ ਉਦਮੀਆਂ ਨੇ ਉਦਮ ਕਰਕੇ ਇਤਿਹਾਸਕ ਜਾਂ ਦੂਸਰੇ ਖੂਹ ਸਤਿਕਾਰ ਵਜੋਂ ਖੂਹ ਸੱਭਿਆਚਾਰ ਅਗਲੀਆਂ ਪੀੜ੍ਹੀਆਂ ਨੂੰ ਦਿਖਾਉਣ ਵਾਸਤੇ ਸੰਭਾਲ ਰੱਖੇ ਹੋਣਗੇ, ਜੋ ਇੱਥੇ ਜਾਣਕਾਰੀ ਨਾ ਹੋਣ ਕਰਕੇ ਕਹਿ ਨਹੀਂ ਜਾ ਸਕੇ ਨੇ। ਖੂਹ ਮਨੁੱਖਤਾ ਦੀ ਸੇਵਾ ਕਰਨ ਭਾਵ ਫਸਲਾਂ ਨੂੰ ਪਾਣੀ ਦੇ ਕੇ ਪਾਲਣ ਵਾਸਤੇ ਹੀ ਨਹੀਂ ਸਨ, ਬਲਕਿ ਇਹਨਾਂ ਦੀ ਦੁਰਵਰਤੋਂ ਵੀ ਹੋਈ ਹੈ। ਉਹ ਖੂਹ ਜੋ ਠੀਕ ਸਨ ਪਰ ਮਾੜੇ ਹਾਲਾਤਾਂ ਕਰਕੇ ਦੁਰਵਰਤੋਂ ਹੋਈ ਸੀ। ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਵਿਚਕਾਰਲੇ ਖੂਹ ਵਿੱਚ ਜਨਰਲ ਡਾਇਰ ਦੀਆਂ ਚਲਦੀਆਂ ਗੋਲੀਆਂ ਵਿਖੇ 13/4/1919 ਈਸਵੀ ਨੂੰ 120 ਨਿਹੱਥੇ ਹਿੰਦੂ ਸਿੱਖਾਂ ਤੇ ਮੁਸਲਮਾਨਾਂ ਨੇ ਛਾਲਾਂ ਮਾਰ ਕੇ ਸਮੂਹਿਕ ਰੂਪ ਵਿੱਚ ਸ਼ਹੀਦੀ ਪਾਈ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ 4/3/1947 ਈਸਵੀ ਨੂੰ ਰਾਵਲਪਿੰਡੀ, ਹੁਣ ਪਾਕਿਸਤਾਨ ਨੇੜੇ ਊਠੋਹਰ ਦੇ ਪਿੰਡ ਕਹੂਦੇ ਵਿਖੇ ਬਹੁਤ ਵੱਡੇ ਅਤੇ ਜ਼ਾਲਮ ਮੁਸਲਿਮ ਲੀਗ ਦੇ ਇਕੱਠ ਨੇ ਹਿੰਦੂ ਸਿੱਖਾਂ ਦੀ ਕੀਤੀ ਵੱਢ ਟੁੱਕ ਵੇਲੇ ਔਰਤਾਂ ਨੇ ਸਮੂਹਿਕ ਰੂਪ ਵਿੱਚ ਆਪਣੀ ਆਬਰੂ ਬਚਾਉਣ ਖਾਤਰ ਖੂਹਾਂ 'ਚ ਛਾਲ ਮਾਰ ਕੇ ਜਾਨਾਂ ਗਵਾਈਆਂ ਸਨ। ਇਸ ਦਰਦ ਭਰੇ ਮੌਕੇ ਨੂੰ ਦੇਖਣ ਵਾਸਤੇ ਲਾਰਡ ਵਾਇਸਰਾਏ ਮਾਊਂਟਬੈਟਨ ਵੀ ਉੱਥੇ ਗਏ ਸਨ। ਮਾਨਸਿਕ ਪੀੜ ਦੇ ਸਤਾਏ ਹੋਏ ਇੱਕ ਮਸ਼ਹੂਰ ਗਾਇਕ ਕਲਾਕਾਰ ਨੰਦ ਲਾਲ ਨੂਰਪੁਰੀ ਨੇ ਇੱਕ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਕੇ ਆਪਣੀ ਮਾਨਸਿਕ ਪੀੜ ਖਤਮ ਕੀਤੀ ਸੀ। ਵੈਸੇ ਆਤਮ ਹੱਤਿਆ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਮਾਨਸਿਕ ਪੀੜਾ ਤਾਂ ਹਰ ਮਨੁੱਖ ਉੱਤੇ ਆਉਂਦੀਆਂ ਤੇ ਚਲੀਆਂ ਵੀ ਜਾਂਦੀਆਂ, ਪਰ ਕੀਮਤੀ ਜ਼ਿੰਦਗੀ ਵਾਪਸ ਨਹੀਂ ਆਉਂਦੀ। ਪੁਰਾਣੇ ਸਮੇਂ ਵੇਲੇ ਪੂਰਨ ਭਗਤ ਉੱਤੇ ਗਲਤ ਦੋਸ਼ ਲੱਗੇ ਤੇ ਪਿਤਾ ਤੇ ਰਾਜਾ ਸਲਵਾਨ ਨੇ ਉਸ ਨੂੰ ਕਤਲ ਕਰਵਾ ਕੇ ਸਿਆਲਕੋਟ, ਹੁਣ ਪਾਕਿਸਤਾਨ ਵਿਖੇ ਇੱਕ ਖੂਹ ਵਿੱਚ ਉਸ ਦੀ ਲਾਸ਼ ਸੁਟਵਾ ਦਿੱਤੀ ਸੀ, ਪਰ ਮਗਰੋਂ ਉਹ ਜੀਵਤ ਹੋ ਗਿਆ ਸੀ। ਉਹ ਖੂਹ ਹੁਣ ਵੀ ਕਾਇਮ ਰੱਖਿਆ ਜਾ ਰਿਹਾ ਤੇ ਜਿਸ ਦਾ ਨਾਂ ਹੈ ਪੂਰਨ ਭਗਤ ਦਾ ਖੂਹ। ਸਾਡੇ ਪਿੰਡ ਕਾਲਮਾ ਦੋਨਾ ਨੇੜੇ ਪਿੰਡ ਕੁਲਾਰਾਂ ਵਿਖੇ 1947 ਈਸਵੀ ਵੇਲੇ ਇੱਕ ਮੁਸਲਮਾਨ ਨੇ ਮਾੜੇ ਹਾਲਾਤ ਤੋਂ ਜ਼ਿਆਦਾ ਡਰ ਖਾ ਕੇ ਆਪਣੀਆਂ 2 ਮੁਟਿਆਰਾਂ ਧੀਆਂ ਤੇ 2 ਹੀ ਨੂੰਹਾਂ ਨੂੰ ਨੁਹਾ ਧੁਆ ਕੇ ਨਵੇਂ ਕੱਪੜੇ ਪਵਾ ਕੇ ਹਾਰ ਸ਼ਿੰਗਾਰ ਕਰਾ ਕੇ ਆਬਰੂ ਖਰਾਬ ਹੋਣੋਂ ਡਰੇ ਹੋਏ ਨੇ ਆਪ ਹੀ ਛੁਰੀਆਂ ਨਾਲ ਹਲਾਲ ਕੀਤੀਆਂ ਸਨ। ਮਗਰੋਂ ਆਪ ਤੇ 2 ਬੇਟਿਆਂ ਨੇ ਆਪਣੇ ਹੱਥ ਰੱਸੀ ਨਾਲ ਬੰਨ੍ਹ ਕੇ ਖੂਹ ਵਿੱਚ ਇਕੱਠਿਆਂ ਛਾਲ ਮਾਰ ਦਿੱਤੀ ਸੀ। ਪਿੰਡ ਆਦੀ ਵਾਲੇ ਬਜ਼ੁਰਗ ਸਵਰਗੀ ਨੰਬਰਦਾਰ ਚੰਨਨ ਸਿੰਘ ਦੇ ਦੱਸਣ ਅਨੁਸਾਰ ਇਸ ਪਿੰਡ ਕੁਲਾਰਾਂ ਦੇ ਕੁਝ ਮੁਸਲਿਮ ਪਰਿਵਾਰਾਂ ਨੂੰ 1947 ਈਸਵੀ ਵੇਲੇ ਕੁਝ ਗੁੰਡਿਆਂ ਨੇ ਪਾਕਿਸਤਾਨ ਤੱਕ ਸੁਰੱਖਿਅਤ ਭੇਜਣ ਦਾ ਲਾਰਾ ਲਾ ਕੇ ਗੁੰਮਰਾਹ ਕਰਕੇ ਪੁੱਟਿਆ ਤੇ ਨਾਲ ਤੋਰ ਕੇ ਗੜੇ ਨੇੜੇ ਜਲੰਧਰ ਦੇ ਰਾਹੇ ਪਾ ਕੇ ਉਹ ਪਿੰਡ ਖੀਵੇ ਹੁੰਦੇ ਹੋਏ ਜਦੋਂ ਪਿੰਡ ਚੂੜ ਤੋਂ ਅੱਗੇ ਇੱਕ ਵਰਾਨ ਖੂਹ ਨੇੜੇ ਪਹੁੰਚੇ ਤਦ ਗੁੰਡਿਆਂ ਨੇ ਉਹਨਾਂ ਨੂੰ ਕਤਲ ਕਰਕੇ ਉਸ ਖੂਹ ਵਿੱਚ ਸੁੱਟ ਕੇ ਸਮਾਨ ਲੁੱਟ ਲਿਆ ਸੀ। ਵੈਸੇ ਇਸ ਭਰੇ ਹੋਏ ਸੰਸਾਰ ਉੱਤੇ ਖੂਹਾਂ ਨਾਲ ਸੰਬੰਧਿਤ ਹੋਰ ਵੀ ਬਹੁਤ ਘਟਨਾਵਾਂ ਹੋਈਆਂ ਹੋਣਗੀਆਂ ਜੋ ਸਾਰੀਆਂ ਦੀਆਂ ਸਾਰੀਆਂ ਕਹੀਆਂ ਨਹੀਂ ਜਾ ਸਕਦੀਆਂ। ਪਾਣੀ ਹਰ ਜੀਵ ਵਾਸਤੇ ਹਵਾ ਤੋਂ ਅਗਲੀ ਬਹੁਤ ਹੀ ਅਹਿਮ ਲੋੜ ਹੈ। ਖੂਹਾਂ ਨੂੰ ਪਾਣੀ ਦਾ ਖਜ਼ਾਨਾ ਸਮਝਿਆ ਜਾਂਦਾ ਹੈ। ਪਾਣੀ ਦਾ ਪੀਰ ਖਵਾਜਾ ਨੂੰ ਸਮਝਿਆ ਗਿਆ ਹੈ। ਕਿਸੇ ਉੱਤੇ ਖੁਸ਼ ਹੋ ਕੇ ਸਿਆਣੇ ਬਜ਼ੁਰਗ ਉਸ ਨੂੰ ਸੀਸ ਦੇਣ ਲੱਗਿਆ ਇਹ ਕਹਿੰਦੇ ਸਨ, ਜਾ ਤੇਰੀ ਖਵਾਜੇ ਜਿਹੜੀ ਲੰਮੀ ਉਮਰ ਹੋਵੇ, ਤੇ ਬਦ ਸੀਸ ਦੇਣ ਲੱਗਿਆਂ ਕਹਿੰਦੇ ਹੁੰਦੇ ਸੀ, ਜਾ ਟੱਠੇ ਖੂਹ ਵਿੱਚ ਡਿੱਗ। ਖੂਹ ਦੇ ਮਾਲਕਾਂ ਨੂੰ ਖੂਹ ਲੱਗੇ ਤੋਂ ਮਗਰੋਂ ਉਸ ਦਾ ਨਾਂ ਰੱਖਣ ਦੀ ਲੋੜ ਨਹੀਂ ਪੈਂਦੀ ਸੀ। ਖੂਹ ਦੇ ਗੁਣਾ, ਮਾਲਕਾਂ ਦੀਆਂ ਆਦਤਾਂ, ਅੱਲਾ ਤੋਂ ਪਿੰਡਾਂ ਦੇ ਬੱਚੇ ਤੇ ਔਰਤਾਂ ਤੇ ਹੋਰ ਸਾਰੇ ਬਹੁਤ ਟੁਕਵਾਂ ਨਾਂ ਆਪ ਹੀ ਰੱਖ ਲੈਂਦੇ ਸੀ, ਜਿਵੇਂ ਤੂਤਾਂ ਵਾਲਾ ਖੂਹ, ਡੇਕਾਂ ਵਾਲਾ, ਰੋਈ ਵਾਲਾ, ਨਿਆਈ ਵਾਲਾ, ਅਮਲੀਆਂ ਵਾਲਾ, ਨਵਾਂ ਤੇ ਪੁਰਾਣਾ ਖੂਹ, ਵੈਲੀਆਂ ਵਾਲਾ। ਹੋਰ ਪਤਾ ਨਹੀਂ ਲੋਕ ਕਿਵੇਂ ਨਵੇਂ ਨਾਂ ਦੀ ਢੁਕਵੀਂ ਚੋਣ ਕਰਕੇ ਉਸ ਨੂੰ ਪੱਕਾ ਨਾਂ ਦੇ ਦਿੰਦੇ ਹੁੰਦੇ ਸਨ। ਖੂਹ ਲੰਮੇ ਸਮੇਂ ਤੱਕ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣੇ ਰਹਿਣ ਕਰਕੇ ਸਭ ਕੁਝ ਕਿਹਾ ਨਹੀਂ ਜਾ ਸਕਦਾ। ਸਿਰਫ ਗਿਆਨੀ ਗੁਰਦਿੱਤ ਸਿੰਘ ਜੀ ਦੀ ਕਿਤਾਬ ਮੇਰਾ ਪਿੰਡ ਪੜ੍ਹ ਕੇ ਸਪਸ਼ਟ ਹੋ ਜਾਂਦਾ ਹੈ ਕਿ ਪਿੰਡਾਂ ਦੇ ਜਨ ਜੀਵਨ ਬਾਰੇ ਸਾਰੀ ਤਸਵੀਰ ਉਸੇ ਕਿਤਾਬ ਵਿੱਚੋਂ ਹੀ ਨਜ਼ਰ ਆਉਣ ਲੱਗ ਜਾਂਦੀ ਹੈ। ਜਿਵੇਂ ਆਖਿਆ ਜਾਂਦਾ ਹੈ ਕਿ ਸਿਆਣਿਆਂ ਦਾ ਆਖਿਆ ਤੇ ਔਲੇ ਦੇ ਖਾਣ ਦੇ ਨਤੀਜੇ ਬਾਰੇ ਬਹੁਤ ਮਗਰੋਂ ਜਾ ਕੇ ਪਤਾ ਲੱਗਦਾ ਹੈ, ਜੋ ਠੀਕ ਵੀ ਹੁੰਦਾ, ਪਰ ਦੂਸਰੇ ਜਲਦੀ ਨਿਕਲਣ ਵਾਲੇ ਨਤੀਜੇ ਉਸ ਤਰ੍ਹਾਂ ਦੇ ਨਹੀਂ ਹੁੰਦੇ। ਵੈਸੇ ਯਮਲੇ ਜੱਟ ਨੇ ਵੀ ਜੰਗਲ ਵਿੱਚ ਖੂਹ ਲਵਾਏ। ਗੁਰਪਾਲ ਸਿੰਘ ਪਾਲ ਨੇ ਪਾਣੀ ਖੂਹ ਤੋਂ ਭਰੇ ਮਲਕੀ ਕੀਮੇ ਵਾਲਾ ਗੀਤ ਰਚਿਆ ਹੈ। ਮਲਕੀ ਖੂਹ ਤੋਂ ਭਰਦੀ ਪਈ ਸੀ ਪਾਣੀ, ਕੀਮਾ ਕੋਲ ਜਾ ਕੇ ਬੇਨਤੀ ਗੁਜ਼ਾਰੇ, ਲੰਮਾ ਪੈਂਡਾ ਨੀ ਰਾਹੀ ਮਰ ਗਏ ਪਿਆਸੇ, 2 ਘੁੱਟ ਪਾਣੀ ਪਿਆਦੇ ਨੀ ਮਟਿਆਰੇ। ਖੂਹਾਂ ਤੋਂ ਪਾਣੀ ਭਰਨ ਵੇਲੇ
ਲਿਫਦੇ ਮੁਟਿਆਰਾਂ ਦੇ ਸਰੀਰ ਤੇ ਘੜਾ ਚੁੱਕਦੀ ਵੇਲੇ ਨੂੰ, ਝਾਂਜਰਾਂ ਤੇ ਚੂੜੇ ਦੀ ਛਣਕਾਰੀ ਨੂੰ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੇ ਰੂਪ ਵਿੱਚ ਤਸਵੀਰ ਪੇਸ਼ ਕਰਕੇ ਖੂਬ ਛਣਕਾਇਆ। ਇਹ ਕਹੀਆਂ ਗਈਆਂ ਕੁਝ ਲਾਈਨਾਂ ਤੋਂ ਬਗੈਰ ਖੂਹਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਜਿਸ ਸੱਭਿਆਚਾਰ ਨੇ ਸਾਡਾ ਲੰਮੇ ਸਮੇਂ ਤੱਕ ਵਫਾਦਾਰੀ ਨਾਲ ਸਾਥ ਹੀ ਨਹੀਂ ਦਿੱਤਾ, ਸਗੋਂ ਸੇਵਾ ਵੀ ਨਿਭਾਈ ਹੈ, ਉਸ ਨੂੰ ਨਾ ਹੀ ਭੁਲਾਉਣਾ ਚਾਹੀਦਾ ਤੇ ਨਾ ਹੀ ਉਸ ਦੀ ਹੋਂਦ ਖਤਮ ਕਰ ਦੇਣੀ ਚਾਹੀਦੀ ਹੈ। ਖੂਹ ਭਾਵੇਂ ਬਦਲ ਗਏ ਹਨ, ਪਰ ਇਹਨਾਂ ਦੀ ਯਾਦ ਭੁੱਲ ਹੈ। ਇੱਕ ਦਿਨ ਇਹਨਾਂ ਸਮਰਸੀਬਲ ਮੋਟਰਾਂ ਨੇ ਵੀ ਮੋਨੋਬਲਾਕ ਮੋਟਰਾਂ ਤੇ ਖੂਹਾਂ ਵਾਂਗ ਬਦਲ ਕੇ ਪਤਾ ਨਹੀਂ ਕਿਸ ਰੂਪ ਵਾਲਾ ਬਣਨਾ ਹੈ। ਅਗਲਾ ਹੋਰ ਨਵਾਂ ਸੱਭਿਆਚਾਰ ਆਵੇਗਾ, ਜਿਸ ਬਾਰੇ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ, ਕਿਉਂਕਿ ਬਦਲਾਅ ਕੁਦਰਤ ਦਾ ਨਿਯਮ ਹੈ। ਇਸ ਕਰਕੇ ਅਗਲੀਆਂ ਪੀੜ੍ਹੀਆਂ ਨੂੰ ਦਿਖਾਉਣ ਵਾਸਤੇ ਕੁਝ ਨਾ ਕੁਝ ਪਿਛਲੇ ਬਚੇ ਖੁਚੇ ਨਿਸ਼ਾਨ ਸੰਭਾਲ ਲੈਣੇ ਚਾਹੀਦੇ ਨੇ। ਪੁਰਾਣੇ ਸਮੇਂ ਵੇਲੇ ਜਦੋਂ ਨਵਾਂ ਖੂਹ ਲੱਗੇ ਤੋਂ ਪਾਣੀ ਮਿਲ ਜਾਂਦਾ ਸੀ ਤਾਂ ਉਸ ਦਾ ਚਾਅ ਉਸ ਦੇ ਮਾਲਕਾਂ ਤੇ ਖੂਹ ਲਾਉਣ ਵਾਲਿਆਂ ਕੋਲੋਂ ਸੰਭਾਲਿਆ ਹੀ ਨਹੀਂ ਜਾਂਦਾ ਸੀ। ਉਹ ਖੁਸ਼ੀ ਵਿੱਚ ਝੂਮ ਉੱਠਦੇ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਤੇ ਕਹਿੰਦੇ ਹੁੰਦੇ ਸਨ, ਜਲ ਮਿਲਿਆ, ਪਰਮੇਸ਼ਰ ਮਿਲਿਆ। ਕਿਉਂਕਿ ਕੰਮ ਕਰਨ ਵਾਲਿਆਂ ਦੀ ਮਿਹਨਤ ਤੇ ਮਾਲਕਾਂ ਵੱਲੋਂ ਕੀਤੇ ਖਰਚ ਦਾ ਫਲ ਹੀ ਨਹੀਂ ਮਿਲਿਆ, ਸਗੋਂ ਸ਼ੁਰੂ ਕੀਤਾ ਪ੍ਰੋਜੈਕਟ ਪੂਰਾ ਕਰਕੇ ਉਹ ਸਫਲ ਵੀ ਹੋ ਜਾਂਦੇ ਸਨ। ਖੂਹ ਦੇ ਕੰਮ ਆਰੰਭਣ ਤੋਂ ਲੈ ਕੇ ਪੂਰਾ ਹੋ ਜਾਣ ਤੋਂ ਮਗਰੋਂ ਤੱਕ ਵੀ ਉਹਨਾਂ ਦਿਨਾਂ ਵਿੱਚ ਚੋਬੇ ਡਬੋਲੀਏ ਦਾ ਕੰਮ ਖਤਰਿਆਂ ਨਾਲ ਖੇਡਣ ਵਾਂਗੂ ਅਤੇ ਬਹੁਤ ਵੱਡਾ ਰੋਲ ਹੁੰਦਾ ਸੀ। ਕਿਸੇ ਵੀ ਖੂਹ ਜਾਂ ਖੂਹੀ ਵਿੱਚੋਂ ਡਿੱਗਿਆ ਡੋਲ, ਬਾਲਟੀ, ਬੋਕੀ ਜਾਂ ਹੋਰ ਕੁਝ ਵੀ ਹੋਵੇ, ਉਸ ਨੂੰ ਬਾਹਰ ਕੱਢਣ ਵਾਸਤੇ ਜਦੋਂ ਉਹ ਹੇਠਾਂ ਪਾਣੀ ਵਿੱਚ ਚੁੱਭੀ ਮਾਰ ਕੇ ਉਤਰਦੇ ਤਾਂ ਉੱਥੋਂ ਹਰ ਚੀਜ਼ ਜੋ ਵੀ ਉਹਨਾਂ ਨੂੰ ਮਿਲ ਜਾਂਦੀ, ਉਹ ਉੱਥੇ ਮੱਛੀ ਵਾਂਗੂ ਪਾਣੀ ਦੇ ਅੰਦਰ ਘੁੰਮਦੇ ਰਹਿੰਦੇ ਸਨ। ਪੂਰਾ ਸਮਾਨ ਪਹਿਲੋਂ ਉੱਪਰ ਭੇਜ ਕੇ ਮਗਰੋਂ ਤਸੱਲੀ ਕੀਤੇ ਮਗਰੋਂ ਹੀ ਬਾਹਰ ਆਉਂਦੇ ਸਨ। ਇਕੱਲਾ ਚੋਬਾ ਹੀ ਨਹੀਂ, ਸਗੋਂ ਸੇਪੀ 'ਤੇ ਕੰਮ ਕਰਨ ਵਾਲੇ ਸਾਰੇ ਭਾਈਚਾਰੇ, ਜਿਵੇਂ ਕੁਮਾਰ, ਤਰਖਾਨ, ਲੋਹਾਰ, ਰਾਜ ਮਿਸਤਰੀ, ਪਾਣੀ ਭਰਨ ਵਾਲੇ ਮਹਿਰੇ ਤੇ ਹੋਰ ਵੀ ਬਹੁਤ ਸਾਰੇ ਸੇਵਾਦਾਰ ਉਸ ਵੇਲੇ ਕਿਸਾਨ ਦੇ ਸਹਾਇਕ ਹੀ ਨਹੀਂ, ਸਗੋਂ ਵਿਗਿਆਨੀਆਂ ਦਾ ਕੰਮ ਵੀ ਕਰਦੇ ਹੁੰਦੇ ਸਨ। ਜਿਸ ਕਰਕੇ ਨਾ ਹੀ ਕਿਸਾਨ ਦਾ ਇਹਨਾਂ ਤੋਂ ਬਗੈਰ ਤੇ ਨਾ ਹੀ ਇਹਨਾਂ ਦਾ ਕਿਸਾਨ ਤੋਂ ਬਗੈਰ ਗੁਜ਼ਾਰਾ ਹੁੰਦਾ ਸੀ ਤੇ ਸਰਦਾ ਸੀ। ਇਹਨਾਂ ਸਾਰਿਆਂ ਦਾ ਆਪਸੀ ਮਿਲਵਰਤਨ ਬਹੁਤ ਡੂੰਘਾ ਤੇ ਅਟੁੱਟ ਹੁੰਦਾ ਸੀ। ਖੂਹਾਂ ਬਾਰੇ ਤੇ ਕੁਝ ਹੋਰ ਜਾਣਕਾਰੀ ਅਗਲੇ ਭਾਗ ਵਿੱਚ।